वाहिगुरु जी का खालसा वाहिगुरु जी की फतेह। धन 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 सतगुरु श्री गुरु ग्रंथ साहिब सच्चे पातशाह जी दी पावन शीतल गोद विच बड़े ही सत्कार सहित शाम के दीवाना विच जुड़ बैठे हो। सुभागा समा प्राप्त होया आओ मना नूं सतगुरां दे प्रेम रंगां विच रंगीए। कल शाम दे पावन प्रकरणां दे विच सतगुरां दे पावन सौरे घर दी वारता बड़े विस्तार सहित सरवण कीती। 2 तो 3 दिन तक बरात नगर बटाले विच रुकी है। मूलचंद जियां दे परिवार वालों सारी ही बरात दी आओ भगत की जा रही है। मेहमानबाजी विच कोई कसर नहीं। बड़े पद्धर ते लंगर लाए जाते ने। गुरु परिवार वालों दान पुण्य भी कीते जा रहे हैं। इन्हां सारे प्रकरणों का आप जी ने आनंद माणे है। आओ कुछ समा मन विरतियां नूं एकाग्र चित बढ़ाइए। पाओ प्रेम की सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। अड़िल विसरे दोषन काल सभा सद जी सबे मुस्काने सुखदान हेर तिन बिद तबे। भाई बाला जी इस पावन कथा का वर्णन कर रहे हैं क्योंकि वो उस वेले के गवाह ने जिन्हां ने सारे मंजर नूं अपने अखीं वेखे है। तकरीबन 2 दिन बरात इस थां ते रुकी रही। लोकां दे विच जिथे भाईचारा बड़ा है उत्ते उत्साह बड़ा है। गुरु नानक साहब सच्चे पातशाह जी का मुख वेख वेख दुनिया नूं देश काल वस्तु तिन्ने भुल गईयां। इस अवस्था नूं कहा जाता है आनंद। असीं कित्थे बैठे हैं, कितना समा हो गया ते किहड़ियां चीज़ां साडे कोल पईयां ने। इस अवस्था विच पहुंचण वाला तिन्नां नूं विसार जांदा है। उहनूं कहंदे ने आनंद। गुरु नानक पातशाह जी मुस्कुरा मुस्कुरा के हस हस के सब नाल बचन बोलते हैं। जिन्ने लोग नगर दे आए ने कहंदे देश काल वस्तु सब नूं विसर गई। इंदर जाल की रीत जगत पर पंच जो हो अस पर कार लखर दे सब दीव बंच जो। गुरु नानक साहब महाराज इस प्रक्रिया नूं वेख बड़ा मुस्कुराउंदे ने क्योंकि लोग कहंदे आ तुहाडा हुण विआह हो गया तुसीं बदल जाओगे।
ਪਰ ਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਇੱਕ ਪ੍ਰਪੰਚ ਹੈ। ਪ੍ਰਪੰਚ ਕਹਿੰਦੇ ਦਿਖਾਵੇ, ਜੋ ਦਿਸਣ ਨੂੰ ਤੇ ਲੱਗਦਾ ਬਹੁਤ ਵਧੀਆ ਪਰ ਹੁੰਦਾ ਵਿੱਚ ਵਿਚਾਲੇ ਕੱਖ ਵੀ ਨਹੀਂ। ਸਮਾਜ ਕਹਿੰਦਾ ਹੈ ਜਿਹਨੇ ਵਿਆਹ ਦਾ ਲੱਡੂ ਖਾਧਾ ਤੇ ਜਿਹਨੇ ਨਹੀਂ ਖਾਧਾ ਦੁਖੀ ਦੋਨੇ ਹੀ ਨੇ। ਜਿਹਦਾ ਹੋ ਗਿਆ ਰੋਂਦਾ ਉਹ ਵੀ ਫਿਰਦਾ ਹੈ, ਜਿਹਦਾ ਨਹੀਂ ਹੋਇਆ ਰੋ ਵੀ ਰਿਹਾ। ਪਰ ਗੁਰੂ ਸਾਹਿਬ ਇਸ ਪ੍ਰਪੰਚ ਵਿੱਚ, ਇਸ ਅਡੰਬਰ ਦੇ ਵਿੱਚ ਬਿਲਕੁਲ ਨਹੀਂ ਗਰਸੇ। ਸਤਿਗੁਰ ਕਿੱਦਾਂ ਵੇਖਦੇ ਆ? ਇੱਕ ਵਿਦਿਆ ਹੈ ਜਿਹਦਾ ਨਾਮ ਹੈ ਇੰਦਰਜਾਲ। ਸ਼ਾਇਦ ਤੁਹਾਡੇ ਚੋਂ ਕਈ ਜਾਣਦੇ ਹੋਣਗੇ। ਉਹ ਇੱਕ ਮੰਤਰਾਂ ਦਾ ਐਸਾ ਜਾਲ ਹੈ। ਇੰਦਰਜਾਲ ਤੇ ਬੜੀਆਂ ਬੁੱਕਸ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ। ਇੰਦਰਜਾਲ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਪਿਆ ਬੰਦਾ ਗਰਸਿਆ ਜਾਂਦਾ ਹੈ, ਸੁੱਧ ਬੁੱਧ ਵਿਸਾਰ ਜਾਂਦਾ ਹੈ। ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਇੰਦਰਜਾਲ ਪ੍ਰਪੰਚ ਦਾ, ਪਰਿਵਾਰ ਦਾ ਸਾਨੂੰ ਰੱਬ ਨਹੀਂ ਭੁਲਾ ਸਕਦਾ। ਜਦੋਂ ਸਤਿਗੁਰਾਂ ਦੇ ਕੋਲ ਬੈਠੇ ਉਹਨਾਂ ਦੇ ਕੁਝ ਮਿੱਤਰ ਕਹਿ ਦਿੰਦੇ ਨੇ ਮਹਾਰਾਜ ਤੁਸੀਂ ਬਦਲ ਜਾਓਗੇ। ਦੁਨੀਆ ਬਦਲ ਰਹੀ ਹੈ। ਆਪਣੇ ਮਿੱਤਰਾਂ ਨੂੰ, ਸਾਥੀਆਂ ਨੂੰ, ਦੋਸਤਾਂ ਨੂੰ, ਸਖੀਆਂ ਨੂੰ, ਸਹੇਲੀਆਂ ਨੂੰ ਵੇਖ ਲਓ। ਵਿਆਹ ਤੋਂ ਪਹਿਲਾਂ ਲੋਕਾਂ ਦੀਆਂ ਗੱਲਾਂ ਕਿਹੋ ਜਿਹੀਆਂ ਸੀ, ਉੱਠਣ ਬੈਠਣ ਕਿਹੋ ਜਿਹਾ ਸੀ, ਕਿੰਨੇ ਯਾਰ ਦੋਸਤ ਸਾਥ ਸੰਬੰਧੀ ਸੀ, ਤੇ ਵਿਆਹ ਤੋਂ ਬਾਅਦ ਕੀ ਰਹਿ ਜਾਂਦਾ ਹੈ, ਕਿਹਨੂੰ ਕਿਹਨੂੰ ਪਤਾ ਮਿਲਦਾ ਤੇ ਕੌਣ ਉਹਦੇ ਆਪਣੇ ਨੇ। ਬਿਲਕੁਲ ਪੁੱਠਾ ਹੀ ਹੋ ਜਾਂਦਾ ਹੈ, ਤਬਾਦਲਾ ਹੋ ਜਾਂਦਾ ਹੈ। ਇਸ ਕਰਕੇ ਦੁਨੀਆ ਦੀ ਰੀਤ ਹੈ। ਪਰ ਸਤਿਗੁਰ ਇਸ ਪ੍ਰਪੰਚ ਨੂੰ ਜਾਣਦੇ ਨੇ। ਪ੍ਰਪੰਚ ਕੀ ਹੈ? ਇੱਕ ਜਾਦੂਗਰ ਜਾਦੂ ਕਰਦਾ ਹੈ, ਮੈਜਿਕ ਕਰਦਾ ਹੈ। ਇੱਕ ਬੰਦਾ ਨੂੰ ਵੇਖ ਕੇ ਛੋਟੀ ਉਮਰ ਵਾਲਾ ਇੰਨਾ ਪ੍ਰਭਾਵਿਤ ਆ ਵੀ ਤੇ ਮਿੱਟੀ ਤੋਂ ਪੈਸੇ ਬਣਾ ਦਿੰਦਾ ਹੈ। ਬੱਚਿਆਂ ਤੇ ਇਫੈਕਟ ਪੈਂਦਾ ਨਾ ਉਸ ਚੀਜ਼ ਦਾ। ਆਪਾਂ ਵੀ ਬਚਪਨ 'ਚ ਦੇਖਦੇ ਸੀ ਮੈਜਿਕ। ਪਰ ਇੱਕ ਸਮਝਦਾਰ ਸਿਆਣਾ ਵਿਅਕਤੀ ਆ, ਉਹਨੂੰ ਪਤਾ ਹੈ ਵੀ ਇਹ ਸਭ ਹੱਥਾਂ ਦਾ ਧੋਖਾ ਹੈ, ਨਜ਼ਰਾਂ ਦਾ ਹੇਰ ਫੇਰ ਹੈ। ਇਹ ਤੋਂ ਵੱਧ ਕੇ ਕੁਛ ਨਹੀਂ। ਮਸ਼ੀਨ ਤੋਂ ਬਿਨਾਂ ਕੌਣ ਬਣਾ ਲੂ ਨੋਟ? ਮਿੱਟੀ ਤੋਂ ਕੌਣ ਸਿੱਕੇ ਬਣਾ ਸਕਦਾ ਹੈ? ਇੱਕ ਟਾਈਮ ਪਾਸ ਹੈ। ਤੇ ਜਿਸ ਬੰਦੇ ਨੂੰ ਪਤਾ ਹੈ ਵੀ ਮੈਜਿਕ ਸੱਚ ਨਹੀਂ ਹੈ, ਜਾਦੂ ਸੱਚ ਨਹੀਂ ਹੈ, ਉਹ ਕਹਿੰਦਾ ਮੈਂ ਟਾਈਮ ਵੇਸਟ ਕਿਉਂ ਕਰਾਂ, ਇਹ ਮੈਨੂੰ ਇੰਪ੍ਰੈਸ ਨਹੀਂ ਕਰ ਸਕਦਾ, ਪ੍ਰਭਾਵਿਤ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਆਪ ਬ੍ਰਹਮਾਨੰਦ ਸਰੂਪ ਨੇ। ਸੰਸਾਰ ਵਿਸ਼ਿਆਨੰਦ ਹੈ, ਕਿਉਂਕਿ ਸੰਸਾਰ ਵਿਸ਼ਿਆਂ ਦੇ ਵਿੱਚ ਗਰਸਿਆ। ਵਿਸ਼ਿਆਂ ਤੋਂ ਵੱਧ ਅਸੀਂ ਸੋਚ ਨਹੀਂ ਸਕਦੇ। ਜਿਹੜੀ ਸਾਡੀ ਸੋਚ ਦਾ ਦਾਇਰਾ ਹੈ ਨਾ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਤੇ ਖੜੇ ਹੈ। ਔਰਤਾਂ ਦੀ ਸੋਚ ਮਰਦਾਂ ਤੇ ਮੁੱਕ ਜਾਂਦੀ, ਮਰਦਾਂ ਦੀ ਸੋਚ ਔਰਤਾਂ ਤੇ ਮੁੱਕ ਜਾਂਦੀ। ਇਹ ਤੋਂ ਅੱਗੇ ਤੇ ਦੁਨੀਆ ਖਤਮ। ਪਰ ਰੱਬ ਦੇ ਪਿਆਰੇ ਇਹਨਾਂ ਚੀਜ਼ਾਂ ਨੂੰ ਵਿਸ਼ਾ ਤੇ ਵਿਕਾਰ ਜਾਣ ਕੇ ਇਹਨਾਂ ਨੂੰ ਹੇਠੇ ਦਾ ਦਰਜਾ ਦਿੰਦੇ ਆ। ਕਹਿੰਦੇ ਇਹ ਚੀਜ਼ਾਂ ਕੁਛ ਵੀ ਨਹੀਂ। ਵਿਸ਼ਿਆਨੰਦ ਸੰਸਾਰ ਹੈ, ਬ੍ਰਹਮਾਨੰਦ ਹਰਦਾਸ। ਰੱਬ ਦੇ ਪਿਆਰੇ ਬ੍ਰਹਮ ਆਨੰਦ ਵਿੱਚ ਰਹਿੰਦੇ ਆ, ਜਿਨ੍ਹਾਂ ਲਈ ਮਰਦ ਔਰਤ ਸਿਰਫ ਖਿਡੌਣੇ ਨੇ ਮਿੱਟੀ ਦੇ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਅਵਸਥਾ 'ਚ ਬੈਠੇ ਮੁਸਕਰਾ ਰਹੇ ਨੇ, ਹੱਸ ਰਹੇ ਨੇ, ਵਰਤ ਰਹੇ ਨੇ ਦੁਨੀਆ ਦੇ ਨਾਲ। ਇਹ ਨਹੀਂ ਹੁੰਦਾ ਵੀ ਰੱਬ ਦੇ ਪਿਆਰੇ ਦੁਨੀਆ ਨਾਲ ਵਰਤਦੇ ਨਹੀਂ ਜਾਂ ਜ਼ਮਾਨੇ ਨੂੰ ਬੁਲਾਉਂਦੇ ਨਹੀਂ। ਰਹਿੰਦੇ ਦੁਨੀਆ ਦੇ ਵਿੱਚ ਨੇ, ਪਰ ਦੁਨੀਆ ਨੂੰ ਐਕਸੈਪਟ ਨਹੀਂ ਕਰਦੇ। ਉਹ ਖੱਚਰ ਨਹੀਂ ਹੁੰਦੇ, ਕਮਲੇ ਨਹੀਂ ਹੁੰਦੇ ਦੁਨੀਆ ਦੇ ਪਿੱਛੇ। ਉਹ ਜਾਣਦੇ ਹੁੰਦੇ ਆ ਜੋ ਦਿਸਦਾ ਇਹ ਸੱਚ ਨਹੀਂ ਹੈ। ਇੱਥੇ ਕਿਹੜਾ ਰਿਸ਼ਤਾ ਸੱਚ ਹੈ, ਕਿਹੜੀ ਚੀਜ਼ ਸੱਚ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਆਖਣ ਲੱਗੇ, ਕਹਿੰਦੇ ਭਾਈ ਇਹ ਇੰਦਰਜਾਲ ਹੈ, ਇਹ ਵਿਸ਼ਿਆਂ ਦਾ ਸੰਸਾਰ ਹੈ। ਜਿਹਨੂੰ ਤੈਰਨਾ ਆਉਂਦਾ ਉਹ ਕਦੇ ਨਦੀਆਂ ਵਿੱਚ ਡੁੱਬਦਾ ਨਹੀਂ। ਡੁੱਬਦਾ ਉਹੀ ਹੈ ਜਿਹਨੇ ਕਦੇ ਤੈਰਨਾ ਸਿੱਖਿਆ ਨਹੀਂ ਹੁੰਦਾ। ਪਰ ਗੁਰੂ ਸਾਹਿਬ ਦੇ ਨਾਤੀ, ਰਿਸ਼ਤੇਦਾਰ, ਸਾਥ ਸੰਬੰਧੀ ਸੋਚਦੇ ਆ ਸ਼ਾਇਦ ਅੱਜ ਤੋਂ ਬਾਅਦ ਨਾਨਕ ਜੀ ਦੀ ਜ਼ਿੰਦਗੀ ਬਦਲ ਜਾਏਗੀ। ਪਿਤਾ ਵੀ ਸੋਚਦੇ ਆ ਪੈਸੇ ਸੰਭਾਲੇਗਾ, ਕਿਰਤ ਕਰਿਆ ਕਰੇਗਾ, ਆਪਣੇ ਪਰਿਵਾਰ ਬਾਰੇ ਸੋਚੂਗਾ। ਦਿਓ ਦਰਬ ਬੋਤ ਸੈ ਮਹਾ ਸੁਖ ਕੰਦ ਹੈ। ਬੇਦੀ ਚੰਦ ਮੁਕੰਦ ਸੋ ਬ੍ਰਹਮਾਨੰਦ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਦੇ ਮਾਇਆ ਵੰਡਣ ਵੇਲੇ ਗਿਣੀ ਨਹੀਂ ਸੀ ਤੇ ਇਕੱਠੀ ਕਰਨ ਵੇਲੇ ਵੀ ਗਿਣੀ ਨਹੀਂ। ਜੇ ਮੋਦੀ ਖਾਨੇ ਵਿੱਚ ਮਾਇਆ ਆਉਂਦੀ ਕਦੇ ਗਿਣਤੀ ਮਾਰ ਕੇ ਨਹੀਂ ਰੱਖੀ। ਜਦ ਕਿਸੇ ਨੂੰ ਵੰਡਿਆ, ਕਿਸੇ ਦੀ ਝੋਲੀ ਭਰੀ ਆ, ਉਦੋਂ ਗੁਰੂ ਪਾਤਸ਼ਾਹ ਨੇ ਕਦੇ ਮਾਇਆ ਗਿਣ ਕੇ ਨਹੀਂ ਦਿੱਤੀ, ਕਿਉਂਕਿ ਉਹ ਮਾਇਆ ਦੇ ਜਾਲ ਤੋਂ ਉੱਚੇ ਨੇ। ਕਹਿੰਦੇ ਗੁਰੂ ਸਾਹਿਬ ਨੇ ਬੇਸ਼ੱਕ ਆਨੰਦ ਕਾਰਜ, ਵਿਆਹ ਦੀਆਂ ਰਸਮਾਂ ਅਦਾ ਕਰ ਰਹੀਆਂ ਨੇ, ਪਰ ਕਹਿੰਦੇ ਉਹ ਵਿਸ਼ਿਆਂ 'ਚ ਨਹੀਂ ਡੁੱਬੇ। ਇੱਕ ਵਾਰ ਵੀ ਮਨ ਦੇ ਵਿੱਚ ਆਪਣੀ ਵਹੁਟੀ, ਆਪਣੀ ਪਤਨੀ, ਸਾਡੇ ਮਾਤਾ ਸੁਲੱਖਣੀ ਜੀ ਦਾ ਖਿਆਲ ਵੀ ਨਹੀਂ ਆਇਆ। ਇਹ ਕਿੱਡਾ ਵੱਡਾ ਵਡੱਪਣ ਹੈ।
ਉਹ ਗੁਰੂ ਪਰਮੇਸ਼ਰ ਨੇ। ਕਹਿੰਦੇ ਸਾਰੇ ਉਹਨਾਂ ਨੂੰ ਟੀਚਰਾਂ ਮਖੌਲ ਕਰਦੇ ਆ, ਕਹਿੰਦੇ ਅੱਜ ਤੋਂ ਬਾਅਦ ਕੰਮਾਂ ਕਾਰਾਂ 'ਚ ਲੱਗ ਜਾਓਗੇ, ਭੁੱਲ ਜਾਓਗੇ ਸਾਧੂਆਂ ਫਕੀਰਾਂ ਨੂੰ। ਗੁਰੂ ਸਾਹਿਬ ਸੁਣ ਕੇ ਮੁਸਕਰਾ ਪੈਂਦੇ ਨੇ, ਹੱਥੀ ਦਾਨ ਪੁੰਨ ਕਰਦੇ ਹਨ। ਦਿਵਸ ਧੀਨ ਅਸਰੀਤ ਬਰਾਤ ਸੁਹਾਵਣੀ ਹੋ ਰਹੀ ਕਹੀ ਜਿਉ ਆਦ ਕਥਾ ਬਰ ਪਾਵਨੀ। 2 ਦਿਨ ਬਤੀਤ ਹੋ ਗਏ, ਸਾਰਾ ਦਿਨ ਖੇਡਾਂ ਚੱਲਦੀਆਂ ਨੇ, ਕਿਤੇ ਕਰਤੱਵ ਵਿਖਾਏ ਜਾਂਦੇ ਆ, ਕਿਤੇ ਨੱਚਣ ਗਾਉਣ ਵਾਲੇ ਆ ਜਾਂਦੇ। 3 ਦਿਨ ਬਰਾਤ, 3 ਦਿਨ ਬਟਾਲੇ ਸ਼ਹਿਰ ਵਿੱਚ ਰੁਕੀ ਹੈ। ਮੂਲ ਚੰਦ ਜੀ ਦੇ ਸਾਰੇ ਪਰਿਵਾਰ ਨੇ 3 ਦਿਨ ਤਨ ਮਨ ਲਾ ਕੇ ਸੇਵਾ ਕੀਤੀ ਪ੍ਰਭੂ। ਕੋਈ ਕਮੀ ਤੋਟ ਕਸਰ ਨਹੀਂ ਆਉਣ ਦਿੱਤੀ। 3 ਦਿਨਾਂ ਬਾਅਦ ਸਤਿਗੁਰਾਂ ਦੇ ਪਿਤਾ ਜੀ ਨੇ ਆਖਿਆ ਵੀ ਹੁਣ ਕੂਚ ਕਰਨ ਦਾ ਸਮਾਂ ਹੈ, ਤਿਆਰੀ ਕਰੋ, ਬਰਾਤ ਦੀ ਵਾਪਸੀ ਹੋਣੀ ਹੈ। 3 ਪੁਨ ਮਾਨਵ ਪਠਾ ਹਕਾਰਨ ਆਇਓ ਗਮਨੇ ਲੀਨ ਵਿਦਾਈ ਹਿਰਦੈ ਉਮਗਾਇਓ। ਉਸ ਵੇਲੇ ਪੰਡਤ ਹਰਦਿਆਲ ਜੀਆਂ ਨੇ ਸੁਨੇਹਾ ਭੇਜਿਆ ਸਾਰਿਆਂ ਨੂੰ ਵੀ ਆਪੋ ਆਪਣੀ ਤਿਆਰੀ ਕਰ ਲਓ, ਆਪਾਂ ਹੁਣ ਵਿਦਾਇਗੀ ਲੈਣੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਤ ਜਿੰਨੀ ਵੀ ਬਰਾਤ ਹੈ ਉਹ ਨਗਰ ਦੇ ਬਾਹਰ ਰੁਕੀ ਹੋਈ ਹੈ। ਮੂਲ ਚੰਦ ਜੀ ਦੇ ਘਰ ਨਹੀਂ ਕੋਈ ਰੁਕਿਆ, ਸਿਰਫ ਵਕਤ ਤੋਂ ਵਕਤ ਆਉਂਦੇ ਸੀ, ਟਾਈਮ ਟੂ ਟਾਈਮ ਆਉਂਦੇ ਸੀ, ਭੋਜਨ ਛਕਣਾ, ਹੱਸਣਾ ਖੇਡਣਾ, ਫੇਰ ਉਹਨਾਂ ਚਲੇ ਜਾਣਾ ਉੱਥੇ ਜਿੱਥੇ ਧਰਮਸ਼ਾਲਾ ਬਣੀ ਹੋਈ ਹੈ, ਜਿੱਥੇ ਉਤਾਰਾ ਦਿੱਤਾ ਹੋਇਆ ਸੀ। ਆ ਕੇ ਸਭ ਨੂੰ ਸੁਨੇਹਾ ਦਿੱਤਾ ਗਿਆ ਵੀ ਤਿਆਰੀ ਖਿੱਚੋ। 3 ਦਿਨ ਬਤੀਤ ਹੋ ਗਏ ਨੇ, ਸੁਲਤਾਨਪੁਰ ਲੋਧੀ ਜਾ ਰਹੇ। ਜਿਸ ਵੇਲੇ ਕਹਿੰਦੀ ਆ ਆਦੇਸ਼ ਹੋਇਆ, ਇਹ ਹੁਕਮ ਹੋਇਆ, ਸਭ ਤਿਆਰ ਹੋਣ ਲੱਗੇ ਨੇ। ਹਲੋ ਲਾਲੋ ਆਦ ਸੋ ਪਰਮਾਨੰਦ ਜੋ ਹੋ ਮੂਲੇ ਅਲਿਆ ਜਾਏ ਮਿਲੇ ਆਨੰਦ ਸੋ। ਹੁਣ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਾਚਾ ਲਾਲ ਚੰਦ, ਜਿਨ੍ਹਾਂ ਨੂੰ ਲਾਲੂ ਜੀ ਕਿਹਾ ਜਾਂਦਾ ਹੈ ਕਿਉਂਕਿ ਇਤਿਹਾਸ ਵਿੱਚ ਸ਼ਾਰਟ ਨੇਮ ਹੈ, ਪਿਤਾ ਕਲਿਆਣ ਚੰਦ ਕਾਲੂ ਜੀ, ਤੇ ਇਸੇ ਤਰ੍ਹਾਂ ਜੈ ਰਾਮ ਜੀ ਦੇ ਪਿਤਾ ਪਰਮਾਨੰਦ ਜੀ, ਤਿੰਨੋਂ ਜਣੇ ਤਿਆਰ ਹੋਏ। ਮੂਲ ਚੰਦ ਜੀ ਦੇ ਆਲਿਆ ਕੀ ਘਰ ਆਏ, ਕੁੜਮਾਚਾਰੀ ਹੈ। ਜਦੋਂ ਮੂਲ ਚੰਦ ਜੀ ਨੇ ਆਉਣਾ ਵੇਖਿਆ ਬੜੇ ਖੁਸ਼ ਹੋਏ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ 3 ਦਿਨ ਬਤੀਤ ਹੋ ਗਏ ਨੇ। ਇਹ ਉਹਨਾਂ ਸਮਿਆਂ ਦੀਆਂ ਰਵਾਇਤਾਂ ਸਨ ਵੀ ਹੁਣ ਬਰਾਤ ਵਾਪਸ ਜਾਏਗੀ, ਡੋਲੀ ਜਾਏਗੀ ਨਾਲ। ਮੂਲ ਚੰਦ ਜੀ ਨੂੰ ਆਖੀ ਮਿਲੇ, ਸੁਖ ਸਾਂਦ ਹੋਈ, ਪਿਆਰ ਮੁਹੱਬਤ ਦੀਆਂ ਗੱਲਾਂ ਕੀਤੀਆਂ। ਕੁਝ ਸਮਾਂ ਕੁਝ ਪਲ ਇਹਨਾਂ ਬਤੀਤ ਕੀਤੇ ਨੇ। ਸਵਈਆ ਭਾਜਨ ਭੂਖਨ ਚੀਰ ਪਟੰਬਰ ਸੁੰਦਰ ਹੈ ਪਸਮੰਬਰ ਸਾਰੇ ਬਾਜਨ ਸਾਜ ਨਵੀਨ ਸਜੇ ਬੋਦਾਇਚ ਦੀਨੋ ਤੰਗ ਤੁਖਾਰੇ। ਆਖਰਕਾਰ ਬੈਂਡ ਬਾਜੇ ਵਜਾਏ ਗਏ ਜੀ, ਢੋਲਾਂ ਤੇ ਡੱਗਾ ਲੱਗਿਆ, ਕਿਉਂਕਿ ਸਮਾਂ ਹੋ ਗਿਆ ਬਰਾਤ ਦੀ ਵਿਦਾਇਗੀ ਦਾ। ਮੂਲ ਚੰਦ ਜੀਆਂ ਨੇ ਆਪਣੇ ਘਰ ਤੋਂ ਬਸਤਰ, ਭਾਂਡੇ, ਕੱਪੜੇ, ਜਿਹਨੂੰ ਤਾਜ ਕਹਿੰਦੇ ਆ, ਕਿਉਂਕਿ ਉਹਨਾਂ ਸਮਿਆਂ 'ਚ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗ੍ਰਸਤ ਪਰਿਵਾਰ ਛੱਡ ਕੇ ਉਪਦੇਸ਼ ਸ਼ੁਰੂ ਨਹੀਂ ਕੀਤਾ। ਇਹ ਕੁੱਲ ਦੀਆਂ ਰਵਾਇਤਾਂ ਸਨ। ਕਹਿੰਦੇ ਜੀ ਉਹਨਾਂ ਨੇ ਰਜਮਾ ਦਾਜ ਦਿੱਤਾ, ਪਦਾਰਥ, ਮਾਇਆ, ਜੋ ਉਹਨਾਂ ਸਮਿਆਂ ਦਾ ਸੀ। ਪਟਵਾਰੀ ਦਾ ਘਰ ਹੈ, ਕੋਈ ਥੋੜਾ ਤੇ ਹੈ ਨਹੀਂ। ਆਪਣੇ ਵੱਲੋਂ ਗੱਡਿਆਂ ਦੇ ਗੱਡੇ ਭਰ ਕੇ ਜਦੋਂ ਦਾਜ ਦੀ ਪੇਸ਼ਕਸ਼ ਕੀਤੀ ਹੈ, ਸਤਿਗੁਰਾਂ ਦੇ ਚਾਚਾ ਜੀ ਨੇ ਮਨਾਹੀ ਕੀਤੀ, ਕਹਿੰਦੇ ਅਸੀਂ ਨਹੀਂ ਲੈ ਕੇ ਜਾਣਾ, ਸਾਨੂੰ ਨਹੀਂ ਚਾਹੀਦਾ। ਤੁਸੀਂ ਆਪਣੀ ਧੀ ਦੇ ਦਿੱਤੀ, ਪੁੱਤਾਂ ਵਾਂਗੂ ਪਾਲ ਕੇ, ਤੂੰ ਪਰ ਸਾਨੂੰ ਕੀ ਚਾਹੀਦਾ। ਉਦੋਂ ਫਿਰ ਕੁੱਲ ਦੇ ਪੁਰੋਹਿਤ ਬੋਲੇ, ਕਹਿੰਦੇ ਨਹੀਂ ਜੀ, ਇਹ ਕੁੱਲ ਦੀ ਰਵਾਇਤ ਹੈ, ਰੀਤ ਹੈ। ਉਹਨਾਂ ਸਮਿਆਂ ਵਿੱਚ ਦਾਜ ਦੇਣਾ ਬਿਮਾਰੀ ਨਹੀਂ ਸੀ, ਲੋਕਾਂ ਦੇ ਵਿੱਚ ਸੁਬੱਬੀ ਰੀਤ ਸੀ। ਇਹ ਤੇ ਆਉਣ ਵਾਲੇ ਸਮੇਂ 'ਚ ਬਣ ਗਿਆ। ਦੇਖੋ ਅੱਗੇ ਦਾਜ ਕੀ ਸੀ, ਦਰੀਆਂ, ਬਿਸਤਰੇ, ਮੰਜੇ, ਭਾਂਡੇ, ਆਹੀ ਚੀਜ਼ਾਂ ਸੀ। ਜਿਉਂ-ਜਿਉਂ ਜ਼ਮਾਨਾ ਬਦਲਿਆ ਹੁਣ ਅਗਲੇ ਕਹਿੰਦੇ ਆ ਵੀ ਘੱਟ ਤੋਂ ਘੱਟ ਫੋਰਚੂਨਰ ਚਾਹੀਦੀ ਹੈ। ਹੁਣ ਦਾਜ ਏਦਾਂ ਦਾ ਹੋ ਗਿਆ, ਚਾਬੀ ਦੇ ਦਿਓ, ਗੱਡੀ ਭਾਵੇਂ ਨਾ ਦਿਓ, ਵਿੱਚ ਹੀ ਆ ਸਾਰਾ ਕੁਝ, ਆ ਫਿਰ ਚੈੱਕ ਚੁੱਕ ਲਾ ਦਿਓ। ਹੁਣ ਤੇ ਭੁੱਖ ਨੰਗਾਂ ਵਾਲਾ ਕੰਮ ਹੈ। ਉਹਨਾਂ ਸਮਿਆਂ ਵਿੱਚ ਪੈਸਿਆਂ ਦਾ ਲੈਣ ਦੇਣ ਨਹੀਂ ਸੀ ਹੁੰਦਾ, ਸਿਰਫ ਉਹ ਬੇਸਿਕ ਚੀਜ਼ਾਂ ਜਿਨ੍ਹਾਂ ਨਾਲ ਧੀ ਦਾ ਘਰ ਬਚਿਆ ਜਾਂਦਾ ਸੀ। 25-25 30-30 ਬਿਸਤਰੇ, ਕੱਢੀਆਂ ਹੋਈਆਂ ਪੱਖੀਆਂ, ਕਢਾਈ ਵਾਲੀਆਂ ਚੀਜ਼ਾਂ,
ਇਹ ਘਰੇ ਜੋ ਤਿਆਰ ਕੀਤਾ ਹੁੰਦਾ ਸੀ ਉਹ ਰਸਮੀ ਚੀਜ਼ਾਂ ਸਨ। ਕਹਿੰਦੇ ਜੀ ਉਹਨਾਂ ਨੇ ਤੰਬੋਲੇ ਭਰ ਭਰ ਕੇ ਬਿਸਤਰੇ, ਭਾਂਡੇ, ਗਹਿਣੇ ਦਾਜ ਦੇ ਰੂਪ ਦੇ ਵਿੱਚ ਦਿੱਤੇ ਆ। ਬੇਸ਼ੱਕ ਸਤਿਗੁਰਾਂ ਦੇ ਪਿਤਾ ਜੀ ਇਸ ਗੱਲ ਤੋਂ ਗੁੱਸਾ ਕਰਦੇ ਸੀ। ਉਹ ਕਹਿੰਦੇ ਮੈਂ ਕੋਈ ਮੰਗਣਾ ਆ ਇੱਥੇ, ਮੈਂ ਵੀ ਤੇ ਪਟਵਾਰੀ ਆ, ਮੇਰੇ ਕੋਲ ਰੱਬ ਨੇ ਕੀ ਕਸਰ ਛੱਡੀ ਹੈ। ਪਰ ਬ੍ਰਾਹਮਣਾਂ ਦਾ ਕਿਹਾ ਨਹੀਂ ਸੀ ਮੋੜ ਸਕਦੇ। ਉਹਨਾਂ ਦਾ ਬਚਨ 7 ਵਚਨ ਕਹਿ ਕੇ ਮੰਨਿਆ ਏ। ਕੰਚਨ ਔਰ ਖਜੂਰ ਦਿਓ, ਹੁਣ ਦਾਸੀ ਦਈ ਧਨੀਐ ਹਿਤਕਾਰੇ। ਦਾਇਜ ਦੀਨ ਵਡੇ ਪੁਰ ਪੰਚਨੈ, ਜੋ ਜਸ ਸੰਚਨ ਕੀਨ ਸਵਾਰੇ। ਫਿਰ ਮੂਲ ਚੰਦ ਜੀਆਂ ਨੇ ਕੁਝ ਸੋਨਾ ਕੁਝ ਚਾਂਦੀ ਇੱਕ ਚੰਦਨ ਦੀ ਸੰਦੂਕੜੀ ਵਿੱਚ ਪਾ ਕੇ ਇਹਨਾਂ ਨੂੰ ਫੜਾਈ ਹੈ। ਇਹ ਧੀ ਵਾਸਤੇ ਗਹਿਣੇ ਆ। ਜਦੋਂ ਗਹਿਣੇ ਦੇ ਦਿੱਤੇ, ਵਸਤੂਆਂ ਦੇ ਦਿੱਤੀਆਂ, ਉਹਨਾਂ ਨੇ ਫਿਰ ਇੱਕ ਦਾਸੀ ਮਤਲਬ ਨੌਕਰਾਣੀ, ਕੰਮ ਵਾਲੀ ਬਾਈ ਉਹ ਨਾਲ ਭੇਜੀ। ਅੱਗੇ ਜਦੋਂ ਵੱਡੇ ਘਰਾਣਿਆਂ ਦੇ ਵਿੱਚ ਸ਼ਾਹੀ ਵਿਆਹ ਹੁੰਦੇ ਸੀ ਨਾ, ਜਦ ਡੋਲੀ ਤੁਰਦੀ ਸੀ, ਉਸ ਡੋਲੀ ਦੇ ਨਾਲ ਇੱਕ ਗੁਲਾਮ ਕਹਿ ਲੋ, ਦਾਸੀ ਕਹਿ ਲੋ, ਸੇਵਕਾ, ਉਹ ਪੱਕੇ ਤੌਰ ਤੇ ਜਾਂਦੀ ਹੁੰਦੀ ਸੀ ਨਾਲ। ਜੋ ਬਚਪਨ ਤੋਂ ਉਸ ਲੜਕੀ ਦੇ ਨਾਲ ਰਹਿੰਦੀ ਸੀ, ਉਹਦੀ ਜ਼ਿੰਦਗੀ ਵਿਚਾਰੀ ਦੀ ਇਦਾਂ ਹੀ ਲੰਘ ਜਾਂਦੀ ਸੀ ਸੇਵਾ ਪਾਣੀ ਵਿੱਚ। ਕਹਿੰਦੇ ਉਹ ਦਾਸੀ ਉਹਨਾਂ ਨੇ ਆਪਣੇ ਵੱਲੋਂ ਇੱਕ ਭੇਟ ਕੀਤੀ ਹੈ ਨਾਲ, ਤਾਂ ਜੋ ਸੁਲੱਖਣੀ ਜੀ ਦਾ ਧਿਆਨ ਰੱਖ ਸਕੇ। ਇਹ ਉਸ ਵੇਲੇ ਦੀਆਂ ਰਵਾਇਤਾਂ ਕਵੀ ਦੱਸ ਰਹੇ ਆ। ਕਹਿੰਦੇ ਫੇਰ ਪੰਚ ਹਿੱਤਾ ਜੀ ਪਹੁੰਚੇ ਆਪਣੇ ਪੁੱਤਰ ਅਜਿੱਤੇ ਦੇ ਸਮੇਤ। ਉਹਨਾਂ ਨੇ ਆਪਣੇ ਵੱਲੋਂ ਮਾਇਆ ਪਦਾਰਥ ਦਾਜ ਦੇ ਰੂਪ ਦੇ ਵਿੱਚ, ਦੇਖੋ ਆਹ ਜ਼ਿੰਮੇਵਾਰੀਆਂ ਅੱਗੇ ਪੰਚਾਂ ਸਰਪੰਚਾਂ ਦੀਆਂ ਸੀ। ਹੁਣ ਤੇ ਸ਼ਗਨ ਸਕੀਮਾਂ ਦੇ ਪੈਸੇ ਹੀ ਖਾ ਜਾਂਦੇ ਨੇ। ਆਖੋ ਸਤਿਨਾਮ। ਇਹ ਤੇ ਕੋਈ ਕਢਾ ਲੇ ਜਾ ਕੇ ਨਹੀਂ। ਪੰਚ ਸਰਪੰਚ ਐਮਸੀ ਕੋਈ ਘੱਟ ਨਹੀਂ, ਹੜੱਪ ਜਾਂਦੇ ਆ। ਐਵੇਂ ਥੋੜਾ ਭੱਜੇ ਫਿਰਦੇ ਵੋਟਾਂ ਦੇ ਵਿੱਚ। ਕੀ ਮਿਲਦਾ ਇਹਨਾਂ ਨੂੰ? ਘਰੋਂ ਕਿਹੜਾ ਅੱਗ ਲਾ ਕੇ ਸੇਕੂਗਾ ਜੀ? ਪਤਾ ਹੈ 5-7 ਲੱਖ ਲਾ ਲਿਓ, 50-60 ਲੱਖ ਵੱਟ ਦੇ ਪਏ ਆ। ਲੋਕਾਂ ਨੂੰ ਕੀ ਪਤਾ ਸਰਕਾਰ ਵੱਲੋਂ ਕੀ ਮਿਲਦਾ ਹੈ? ਛੱਗੀ ਜਾਂਦੇ ਆ। ਤੁਸੀਂ ਲੜੀ ਚਲੋ ਨਾਲੀਆਂ ਪਿੱਛੇ, ਲੜੀ ਚਲੋ ਛੋਟੀਆਂ ਗਲੀਆਂ ਪਿੱਛੇ। ਪਰ ਉਹਨਾਂ ਸਮਿਆਂ ਦੇ ਪੰਚ ਸਰਪੰਚ ਚੌਧਰੀ ਆਪਣਾ ਫਰਜ਼ ਅਦਾ ਕਰਦੇ ਸੀ। ਕੱਲ ਵੀ ਬੇਨਤੀ ਕੀਤੀ ਸੀ, ਜਦੋਂ ਧੀ ਦਾ ਵਿਆਹ ਹੁੰਦਾ ਸੀ ਨਾ ਪਿੰਡ 'ਚ, ਦੁੱਧ ਨਹੀਂ ਸੀ ਪਾਉਂਦੇ। ਸਾਰਾ ਦੁੱਧ ਉਸ ਘਰ ਆਉਂਦਾ ਸੀ ਵੀ ਸਾਡੀ ਧੀ ਹੈ। ਜੇ ਕਿਤੇ ਪਿੰਡ ਦੀ ਧੀ ਉੱਜੜਦੀ ਸੀ, ਕੋਈ ਨੁਕਸਾਨ ਹੁੰਦਾ ਸੀ, ਤੇ ਸਾਰਾ ਪਿੰਡ ਰੋਟੀ ਨਹੀਂ ਸੀ ਪਕਾਉਂਦਾ ਵੀ ਸਾਡੀ ਧੀ ਦਾ ਘਰ ਹੀ ਉੱਜੜਿਆ, ਸਾਡੇ ਕੋਲ ਕੀ ਹੈ। ਹੁਣ ਤੇ ਚਾਚੇ ਤਾਏ ਦੀ ਧੀ ਦਾ ਵਿਆਹ ਹੋਵੇ ਨਾ, ਜਾਂ ਕਿਤੇ ਭਰਾ ਦਾ ਹੋਵੇ, ਤੇ ਲੋਕੀ ਕਹਿੰਦੇ ਆ ਵੀ ਇਹਨਾਂ ਦਾ ਜੇ ਸਮੂਨ ਪੈਲਸ 'ਚ ਮੁੱਕ ਜੇ ਤੇ ਗੱਲ ਤਾਂ ਬਣਨੀ ਹੈ। ਅੰਦਰੋਂ ਸ਼ਰੀਕਾ ਲੱਗਦਾ ਹੈ, ਤਮਾਸ਼ਾ ਵੇਖਣਾ ਚਾਹੁੰਦੇ ਆ ਵੀ ਰਿਸ਼ਤਾ ਮਾੜਾ ਹੋਵੇ, ਘਾਟਾ ਪੈ ਜੇ, ਬਦਨਾਮੀ ਹੋ ਜੇ, ਤਲਾਕ ਹੋ ਜੇ। ਹੁਣ ਤੇ ਆਪਣੇ ਇਹੋ ਜਿਹੀਆਂ ਅਰਦਾਸਾਂ ਕਰਦੇ ਆ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਆ। ਪਰ ਉਹਨਾਂ ਸਮਿਆਂ ਦੇ ਵਿੱਚ ਵੇਖੋ ਕਿੰਨਾ ਪਿਆਰ ਸੀ। ਕਹਿੰਦੇ ਹਿੱਤਾ ਜੀ ਤੇ ਅਜਿੱਤਾ ਜੀ ਨੇ ਆਪਣੇ ਵੱਲੋਂ 1-2 ਘੋੜੇ ਕੀਮਤੀ ਨਸਲ ਮਹਿੰਗੇ, 1-2 ਊਠ ਇਸ ਬਰਾਤ ਨੂੰ ਭੇਟਾ ਕੀਤੇ ਨੇ। ਬਾਂਧਵ ਸੰਗ ਸੋ ਮੂਲਾ ਤਬੈ ਪੁੰਨ, ਪੰਚ ਹਿਤਾ ਸਭ ਵੈ ਇਕਠਾਏ। ਦੇ ਕਰ ਹੋਏ ਅਧੀਨ ਰਹੈ, ਕਰ ਬੰਦ ਦਿਉ ਮੁਖ ਬੈਨ ਆਲਾਏ। ਆਖਰਕਾਰ ਮੂਲ ਚੰਦ ਜੀ ਮਨ ਭਰ ਆਏ, ਪੰਚ ਸਾਹਿਬ ਨੂੰ ਕੋਲ ਬੁਲਾਇਆ, ਸਤਿਗੁਰਾਂ ਦੇ ਪਿਤਾ ਦੇ ਸਾਹਮਣੇ ਹੱਥ ਜੋੜ ਲਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਹਾਜ਼ਰ ਨਹੀਂ ਸਨ, ਭਾਈ ਬਾਲਾ ਜੀ ਨਾਲ ਸੀ। ਹੱਥ ਜੋੜ ਕੇ ਪੰਜ ਮਿਹਨਤ ਕਰਦਾ ਹੈ, ਬੇਨਤੀ ਕਰਦਾ ਹੈ। ਅੱਗੇ ਤੇ ਰਿਸ਼ਤੇ ਇੰਨੇ ਪਿਆਰ 'ਚ ਨਿਭਦੇ ਸੀ, ਹੁਣ ਰਿਸ਼ਤਿਆਂ 'ਚ ਵਿਖਾਇਆ ਜਾਂਦਾ ਨੀਚਾ ਵੀ ਇਹ ਤੇ ਕੁੜੀ ਵਾਲੇ ਨੇ ਜੀ, ਇਹ ਤਾਂ ਨੀਵੇਂ ਹੀ ਨੇ ਸਦਾ। ਲੋਕ ਆਪ ਹੀ ਮੰਨੀ ਜਾਂਦੇ ਆ ਵੀ ਹਾਂਜੀ ਧੀਆਂ ਵਾਲੇ ਆ ਅਸੀਂ, ਸਾਨੂੰ ਤੇ ਝੱਲਣਾ ਹੀ ਪੈਣਾ ਹੈ। ਤੇ ਫਿਰ ਅਗਲਾ ਵੀ ਕਸਰਾ ਨਹੀਂ ਛੱਡਦਾ। ਤੇ ਜਿਨ੍ਹਾਂ ਨੂੰ ਆਪਣੇ ਹੱਕਾਂ ਦਾ ਪਤਾ, ਨੇਰੀਆਂ ਲਿਆ ਦਿੰਦੀਆਂ ਵੀ ਕਿੱਦਾਂ ਕਿਸੇ ਦੀ ਜ਼ਿੰਦਗੀ ਖਰਾਬ ਕਰੇਗਾ ਪੁੱਤ, ਆ ਜਾ ਫਿਰ ਬਾਣ ਬਰਾਬਰੀ ਹੈ। ਪਰ ਉਹਨਾਂ ਸਮਿਆਂ ਦੇ ਵਿੱਚ ਇੱਕ ਰੀਤ ਸੀ, ਸਿਖਾਇਆ ਜਾਂਦਾ ਸੀ, ਮੁੰਡੇ ਵਾਲੇ ਉੱਚੇ ਤੇ ਕੁੜੀ ਵਾਲੇ ਨੀਵੇਂ। ਹੁਣ ਤੱਕ ਚੱਲਿਆ ਹੁੰਦਾ। ਲੋਕੀ ਕਹਿੰਦੇ ਹਰੇਕ ਗੁਰਦੁਆਰੇ ਅਰਦਾਸ ਕਰੋ ਮਰਜ ਘਰੇ ਮੁੰਡਾ ਹੋ ਜੇ। ਵਿਧੀਆਂ ਕਿਹਨਾਂ ਦੇ ਫਿਰ ਬਿਹਾਰ 'ਚ ਹੋਣਗੀਆਂ, ਰਿਸ਼ਤੇ ਕਿੱਥੇ ਕਰੋਗੇ? ਜੇ ਸਾਰਿਆਂ ਨੂੰ ਮੁੰਡੇ ਚਾਹੀਦੇ ਫਿਰ ਕੁੜੀਆਂ ਭਾਈ ਪੰਜਾਬ ਦੀਆਂ ਕਿੱਥੋਂ ਆਉਣਗੀਆਂ? ਇਹ ਸਾਡੀ ਬਿਰਤੀ 'ਚ ਪਤਾ ਨਹੀਂ ਕਿਹਨੇ ਘੋਲ ਕੇ ਪਾਤਾ ਵੀ ਗੁਰੂ ਨਾਨਕ ਦੇ ਘਰ ਕੇਵਲ ਮੁੰਡੇ ਮਿਲਦੇ ਆ। ਚਲੇ ਜਾਓ
ਬਾਬਾ ਬੁੱਢਾ ਜੀ ਦੇ ਅਸਥਾਨ ਦਾ ਵੀ ਇੱਕੋ ਹੀ ਰੌਲਾ ਲੋਕਾਂ ਨੂੰ, ਉੱਥੇ ਜਾਓ ਜੀ ਪੁੱਤਰ ਮਿਲਦਾ, ਕੋਈ ਇੱਕ ਗੁਰਦੁਆਰਾ ਦਿਖਾਓ ਭਾਈ ਜਿੱਥੇ ਧੀ ਮਿਲਦੀ ਹੈ। ਇਹਦਾ ਮਤਲਬ ਬਾਬੇ ਨਾਨਕ ਨੇ ਵੀ ਫਰਕ ਰੱਖਿਆ ਹੈ ਵੀ ਭਾਈ ਸਿੱਖ ਧਰਮ ਤੇ ਮੁੰਡੇ ਦੇਣ ਦੀ ਮਸ਼ੀਨ ਹੈ। ਇਹੀ ਗੱਲ ਹੈ ਇਹਦਾ ਤੇ ਮਤਲਬ। ਪਿਆਰਿਓ, ਗੁਰੂ ਅੱਗੇ ਅਰਦਾਸ ਕਰਿਆ ਕਰੋ, ਸੱਚੇ ਪਾਤਸ਼ਾਹ ਤੰਦਰੁਸਤ ਜੀ ਦੇ ਦਿਓ, ਉਹ ਤੇਰੀ ਰਜ਼ਾ ਏ, ਕਰਮ ਤੁਸੀਂ ਦੇਖਣੇ ਨੇ, ਧੀ ਹੋਵੇ ਪੁੱਤ ਹੋਵੇ ਸਾਨੂੰ ਕੋਈ ਫਰਕ ਨਹੀਂ, ਪਰ ਇਸ ਬਿਰਤੀ ਵਿੱਚ ਆਉਣ ਲਈ ਦਿਲ ਕਰੜਾ ਚਾਹੀਦਾ। ਉਹਨਾਂ ਸਮਿਆਂ ਵਿੱਚ ਪਿਤਾ ਭਾਵੇਂ ਪਟਵਾਰੀ ਹੈ, ਮੂਲ ਚੰਦ ਸਿਰ ਨੀਵਾਂ ਕਰ ਲਿਆ, ਬੜਾ ਦੁੱਖ ਲੱਗਦਾ ਜਦ ਕਿਸੇ ਧੀ ਦਾ ਪਿਤਾ ਸਿਰ ਨੀਵਾਂ ਕਰਕੇ ਰੋਂਦਾ ਹੈ। ਕਿੱਡਾ ਵੱਡਾ ਕਲੰਕ ਸਾਡੇ ਦੇਸ਼ ਨੂੰ ਲੱਗਾ ਹੈ, ਕਿੱਡਾ ਵੱਡਾ ਕੋੜ ਹੈ। ਤੇ ਜਦੋਂ ਇਹ ਚੀਜ਼ਾਂ ਆਉਂਦੀਆਂ ਨੇ ਨਾ, ਫਿਰ ਬੜਾ ਦੁੱਖ ਲੱਗਦਾ ਯਾਰ ਵੀ ਇਹੋ ਜਿਹੀ ਦੁਨੀਆ 'ਚ ਰਹਿੰਦੇ ਹਾਂ ਅਸੀਂ, ਜਿਸ ਦੁਨੀਆ ਦੇ ਵਿੱਚ ਅੱਜ ਵੀ ਆਵਾਈ ਉੱਤੇ ਲੋਕਾਂ ਦਾ। ਉਹਨਾਂ ਸਮਿਆਂ ਦੇ ਵਿੱਚ ਪਿੰਡ ਦੇ ਪੰਚ ਨੇ ਸਿਰ ਨਵਾਇਆ, ਦੋਨੇ ਹੱਥ ਜੋੜੇ ਨੇ, ਆਤਮ ਜਾ ਮਮ ਕਿੰਨੇ ਜਾਨੋ, ਔਰ ਕਛੂ ਨਹਿਮੀ ਬਣ ਆਏ। ਉਸ ਵੇਲੇ ਮੂਲ ਚੰਦ ਬੋਲੇ ਹੱਥ ਜੋੜ ਕੇ, ਕਲਿਆਣ ਚੰਦ ਜੀਓ ਅਸੀਂ ਗਰੀਬ ਹਾਂ, ਸਭ ਕੁਝ ਦਿੱਤਾ ਨਾ ਰਹੇ, ਇੱਕ ਧੀ ਆ ਸਾਡੇ ਕੋਲੇ, ਪੁੱਤਾਂ ਵਾਂਗੂ ਪਾਲੀ ਹੈ, ਇਹ ਤੋਂ ਵੱਧ ਕੇ ਅਸੀਂ ਤੁਹਾਨੂੰ ਕੁਝ ਦੇ ਨਹੀਂ ਸਕਦੇ। ਆਖੋ ਸਤਿਨਾਮ। ਜਿਹਨੇ ਧੀ ਦੇਤੀ ਉਹਨੇ ਰੱਖਿਆ ਕੀ ਹੈ? ਕਾਲਜੇ ਦਾ ਟੁਕੜਾ ਲਾਡਾਂ ਚਾਵਾਂ ਨਾਲ ਪਾਲ ਕੇ ਜਿਹਨੇ ਮਾਪਿਆਂ ਨੇ ਆਪਣੀ ਧੀ ਦੇਤੀ ਕਿਸੇ ਨੂੰ, ਦੱਸੋ ਨੇ ਕੀ ਸੰਭਾਲਿਆ ਪਿੱਛੇ? ਪਰ ਲੋਕ ਐਡੇ ਪਾਗਲ ਹੋਏ ਫਿਰਦੇ, ਡੰਗਰ ਹੋਏ ਫਿਰਦੇ ਆ, ਉਹ ਕਹਿੰਦੇ ਅਸੀਂ ਧੀ ਤੋਂ ਕੀ ਲੈਣਾ ਹੈ, ਸਾਨੂੰ ਤੇ ਪੈਸਾ ਚਾਹੀਦਾ, ਪ੍ਰਾਪਰਟੀ ਚਾਹੀਦੀ ਹੈ। ਇਹ ਸੰਸਾਰ ਹੁਣ ਰਿਸ਼ਤਿਆਂ ਦੀ ਗੱਲ ਛੱਡੋ, ਮੰਡੀ ਬਣ ਚੁੱਕੀ ਹੈ। ਇੱਥੇ ਰਿਸ਼ਤੇ ਮੁੱਲ ਲੱਗਦੇ ਆ, ਵਿਕਦੇ ਆ, ਤੇ ਵਿਕਦੇ ਵੀ ਆ ਤੇ ਚੋਖੇ ਮੁੱਲ ਲੱਗਦੇ ਤੇ ਫਿਰ ਵਿਗੜਦੇ ਵੀ ਆ, ਘਾਟੇ ਵੀ ਪੈਂਦੇ ਆ। ਪਰ ਉਹਨਾਂ ਸਮਿਆਂ ਵਿੱਚ ਬੇਸ਼ੱਕ ਸਮਾਜ ਦੇ ਵਿੱਚ ਇੱਕ ਰੀਤ ਬਣੀ ਹੋਈ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾ ਰੀਤਾਂ ਨੂੰ ਤੋੜਿਆ ਉਹਨਾਂ ਦੇ ਸਮੇਂ ਵਿੱਚ। ਪਰ ਪਿਤਾ ਰੋਇਆ, ਕਹਿੰਦਾ ਮੇਰੀ ਧੀ ਨੂੰ ਸੰਭਾਲ ਕੇ ਰੱਖਿਓ, ਕੋਈ ਗਲਤੀ ਹੋ ਜੇ ਆਪਣੀ ਬੱਚੀ ਸਮਝ ਕੇ ਉਹਨੂੰ ਬਖਸ਼ਦੇ ਰਹਿਓ। ਆਪ ਸਬੈ ਬਿਦ ਲਾਇ ਕਹੋ, ਜਗ ਜੋ ਕੈ ਆਪਸ ਮੈਂ ਹਰ ਖਾਏ। ਤੁਸੀਂ ਤੇ ਲਾਇਕ ਹੋ, ਬੱਚਿਆਂ ਤੋਂ ਸਦਾ ਗਲਤੀਆਂ ਹੁੰਦੀਆਂ ਨੇ। ਇਹ ਕੀ ਹੈ? ਅੱਗ ਲੱਗੇ ਇਹੋ ਜਿਹੀ ਰੀਤ ਨੂੰ ਜਿਹੜੇ ਰਿਸ਼ਤੇਦਾਰ ਅੱਗੇ ਝੁਕਾ ਕੇ ਰੱਖਦੇ। ਇਹ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ, ਜ਼ਮਾਨੇ ਨੂੰ ਥੋੜੀ ਬਹੁਤੀ ਸਮਝ ਆਉਣ ਲੱਗ ਪਈ। ਵਿਦੇਸ਼ਾਂ ਵਿੱਚ ਜਾ ਕੇ ਸਾਡੇ ਲੋਕ ਸਿਆਣੇ ਹੋ ਗਏ, ਅੱਧਿਆਂ ਦਾ ਤਿਆਵਾ ਉੱਥੇ ਵੀ ਉਤਿਆ ਹੋਇਆ। ਜਾ ਕੇ ਕੈਨੇਡਾ ਅਮਰੀਕਾ ਵੇਖੋ, ਆਹ ਜਿਹੜੇ ਟੂਣੇ ਜੇ ਇੱਥੇ ਹੁੰਦੇ ਸੀ ਉੱਥੇ ਵੀ ਨਾਰੀਅਲ ਲੱਭਦੇ। ਸਾਡੇ ਵਾਲੇ ਦੇ ਭੂਤ ਪ੍ਰੇਤਾਂ ਦੇ ਚੱਕਰ ਉੱਥੇ ਵੀ ਪਾ ਲਏ, ਟੂਣੇ ਉੱਥੇ ਵੀ ਹੁੰਦੇ ਆ, ਕਿੱਥੇ ਭਲਾ ਹੋਣਾ ਇਹਨਾਂ ਲੋਕਾਂ। ਤੇ ਉਹ ਗੋਰੇ ਵੀ ਵੇਖ ਕੇ ਹੈਰਾਨ ਨੇ, ਕਹਿੰਦੇ ਯਾਰ ਇਹਨਾਂ ਦੀ ਕੌਮ ਐਡੀ ਮਹਾਨ ਹੈ, ਨਾਰੀਅਲਾਂ ਦੇ ਚੱਲਦੀ ਹੈ, ਇੰਨਾ ਮਾੜਾ ਹਾਲ ਹੈ। ਹੋਊਗਾ ਕਿਉਂ ਨਹੀਂ ਮਾੜਾ ਹਾਲ, ਜਿਸ ਦੇਸ਼ ਵਿੱਚ ਗਾਵਾਂ ਦਾ ਮੂਤ ਪੀਤਾ ਜਾਂਦਾ ਹੋਵੇ, ਕੀਮਤੀ ਨਾਰੀਅਲ ਸਿਹਤ ਬਣਾਉਣ ਵਾਲੇ ਨਹਿਰਾਂ ਵਿੱਚ ਤਾਰੇ ਜਾਂਦੇ ਹੋਣ, ਤੇ ਫਿਰ ਉੱਥੋਂ ਦੇ ਲੋਕਾਂ ਦਾ ਦਿਮਾਗ ਨਾਰੀਅਲ ਵਰਗਾ ਨਹੀਂ ਹੋਣਾ ਤੇ ਹੋਰ ਕੀ। ਆਖੋ ਸਤਿਨਾਮ। ਜਿਵੇਂ ਨਾਰੀਅਲ ਬਾਹਰੋਂ ਪੱਥਰਾਂ ਤੇ ਸਾਡੇ ਆ ਦਿਲ ਦਿਮਾਗ ਇਹੋ ਜਿਹੀ ਹੈ, ਵਰਤੀ ਉੱਥੇ ਖੜੀ ਹੈ। ਧਰਮ ਸਿਰਫ ਧੰਦਾ ਹੀ ਬਣ ਗਿਆ। ਉਹਨਾਂ ਸਮਿਆਂ ਵਿੱਚ ਰੋ ਕੇ ਕਹਿਣ ਲੱਗੇ, ਸਾਡੀ ਬੱਚੀ ਕੋਲੋਂ, ਪੁੱਤਰੀ ਕੋਲੋਂ ਕੋਈ ਗਲਤੀ ਹੋ ਜੇ, ਧੀ ਸਮਝ ਕੇ ਬਖਸ਼ਿਓ। ਜਦੋਂ ਪਿਤਾ ਇਹ ਸ਼ਬਦ ਬੋਲ ਦਿੰਦਾ, ਪਿੱਛੇ ਕੀ ਰਹਿ ਜਾਂਦਾ, ਜਾਨ ਨਿਕਲ ਜਾਂਦੀ ਉਸ ਵੇਲੇ। ਕਹਿੰਦੇ ਉਸ ਵੇਲੇ ਹਿੱਤੇ ਨੇ ਗੱਲ ਨਾਲ ਲਾ ਕੇ ਮੂਲ ਚੰਦ ਨੂੰ ਸਹਾਰਾ ਦਿੱਤਾ, ਚਿੰਤਾ ਨਾ ਕਰ, ਫਿਕਰ ਨਾ ਕਰ। ਉਹਨੇ ਵੀ ਫਿਰ ਆਪਣੇ ਵੱਲੋਂ ਬੇਨਤੀ ਕੀਤੀ, ਪੰਚ ਨੇ, ਸਾਡੇ ਨਗਰ ਦੀ ਧੀ ਹੈ, ਪਿੰਡ ਦੀ ਧੀ ਹੈ, ਬੱਚੀ ਹੈ ਤੁਹਾਡੀ, ਕਿਰਪਾ ਰੱਖਿਓ। ਮਾੜਾ ਮੋਟਾ ਕਿਤੇ ਬੋਲ ਵਿਗਾੜ ਹੋ ਜੇ, ਵੱਧ ਘੱਟ ਬੋਲਿਆ ਜਾਏ, ਗੱਲਾਂ ਨੂੰ ਨਾ ਚੱਬਿਓ। ਹੁਣ ਘਰ ਪਰਿਵਾਰ ਵਿੱਚ ਇੱਕ ਸੋਚਣ ਵਾਲੀ ਗੱਲ ਹੈ, ਆਪਣੀ ਧੀ ਵਿਆਹੀ ਹੋਵੇ, ਵਾਧੇ ਘਾਟੇ ਕਰੇ, ਮਾਂ ਪਰਦੇ ਪਾਉਂਦੀ ਫਿਰਦੀ ਹੈ, ਦੇਖੀ ਕਿਤੇ ਮੇਰੀ ਧੀ ਦੀ ਗੱਲ ਨਾ ਉੱਡ ਜੇ, ਕੋਈ ਗੱਲ ਹੀ ਨਾ ਹੋ ਜੇ। ਪਰ ਜਦੋਂ ਘਰ ਦੇ ਵਿੱਚ ਬੇਗਾਨੀ ਧੀ ਜਿਹਨੂੰ ਮੰਨਿਆ ਹੋਇਆ ਉਹਦੀ ਗੱਲ ਹੋ ਜੇ, ਉਹੀ ਸੱਸ ਚੱਬ ਚੱਬ ਕੇ ਕਰਦੀ ਹੈ। ਗੱਲ ਕੀ ਹੈ? ਕਿਤੇ ਨਾ ਕਿਤੇ ਔਰਤ ਦੀ ਔਰਤ ਦੁਸ਼ਮਣ ਹੈ, ਔਰਤ ਵਿੱਚ ਫਰਕ ਅਜੇ ਵੀ ਹੈ। ਉਹ ਕਰਦੇ ਅਸੀਂ ਪਾਠ, ਫਿਰਦੇ ਅਸੀਂ ਗੁਰਦੁਆਰਿਆਂ 'ਚ, ਮੱਤ ਸਾਡੀ ਨੂੰ ਅੱਜ ਵੀ ਕੀੜਾ ਲੱਗਿਆ ਹੋਇਆ। ਜਦ ਤੱਕ ਕਿ ਵੈਰ ਵਿਰੋਧ ਅੰਦਰੋਂ ਨਹੀਂ ਜਾਂਦਾ, ਕੋਈ ਫਾਇਦਾ ਨਹੀਂ ਧਰਮ ਕਮਾਉਣ ਦਾ, ਕੋਈ ਫਾਇਦਾ ਨਹੀਂ। ਧਰਮ ਤੇ ਇਹਨਾਂ ਚੀਜ਼ਾਂ ਦਾ ਜੂੜ ਵੱਡੀ ਫਿਰਦਾ ਹੈ। ਧਰਮ ਤੇ ਕਹਿੰਦਾ ਭਾਈ ਫਰਕ ਨਾ ਰੱਖੋ, ਫਰਕ ਤੇ ਤੂੰ ਗਰੀਬ ਤੇ ਅਮੀਰ 'ਚ ਨਹੀਂ ਰੱਖਣਾ, ਸੁਖੀ ਤੇ ਦੁਖੀ 'ਚ ਨਹੀਂ ਰੱਖਣਾ, ਆਪਣੇ ਤੇ ਬਗਾਨੇ 'ਚ ਨਹੀਂ ਰੱਖਣਾ।
ਤੂੰ ਤੇ ਰੱਖੀ ਫਿਰਦਾ ਆਪਣਿਆਂ ਦੀਆਂ ਕੱਚ 'ਚ ਤੇ ਦੂਜਿਆਂ ਦੀਆਂ ਹੱਥ 'ਚ। ਬਿਰਤੀ ਦੇ ਬੰਦੇ ਦੀ ਇਹ ਖੜੀ ਹੈ। ਜਦ ਮੂਲ ਚੰਦ ਰੋਏ ਸਤਿਗੁਰਾਂ ਦੇ ਪਿਤਾ ਨੂੰ ਚੰਗਾ ਨਹੀਂ ਲੱਗਾ। ਕਿਤੇ ਨਾ ਕਿਤੇ ਬੇਸ਼ੱਕ ਸਤਿਗੁਰਾਂ ਦੇ ਪਿਤਾ ਕਿੱਡੇ ਵੀ ਪੱਥਰ ਦਿਲ ਨੇ, ਇੱਕ ਇਨਸਾਨ ਦਾ ਦਿਲ ਹੈ, ਇੱਕ ਪਿਤਾ ਦਾ ਦਿਲ ਹੈ। ਮੂਲ ਚੰਦ ਦੇ ਹੱਥ ਫੜ ਕੇ ਗਲ ਨਾਲ ਲਾ ਕੇ ਕਹਿੰਦੇ, ਓ ਮਿੱਤਰਾ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਤੇਰੀ ਧੀ ਸਾਡੀ ਧੀ, ਇਹਦੇ ਵਿੱਚ ਫਰਕ ਕੀ ਹੈ? ਦੋਹਰਾ ਸਭ ਬੇਦਨੀ ਕੀ ਰੀਤ ਕਰ, ਦੋਇ ਦਿਸ਼ ਮੋਦ ਹੈ ਛਾਏ, ਰਸ ਰਾਖਿਓ ਜੁਗ ਪਰਸ ਪਰ, ਜਸ ਵਿਦ ਹਿਤੇ ਹਲਾਏ। ਜਿਸ ਵੇਲੇ ਇਹ ਭਾਵੁਕ ਦੌਰ ਸੀ, ਦੋਨੇ ਤਰਫਾਂ ਤੋਂ ਪਿਆਰ ਜਤਾਇਆ ਗਿਆ, ਪੰਡਤ ਹਰਦਿਆਲ ਕੋਲ ਖੜੇ ਆ। ਬੇਸ਼ੱਕ ਇਹ ਰਵਾਇਤੀ ਤੌਰ ਤੇ ਗੱਲਾਂ ਹੋਈਆਂ ਨੇ, ਪਰ ਗੁਰੂ ਸਾਹਿਬ ਦੇ ਪਿਤਾ ਬੇਸ਼ੱਕ ਉਹ ਜਿਹੋ ਜਿਹਾ ਮਰਜ਼ੀ ਸੁਭਾਅ, ਪਰ ਅੱਜ ਜੋ ਉਹਨਾਂ ਕਰ ਦਿੱਤਾ ਨਾ, ਵਾਹ ਕਮਾਲ ਸੀ। ਜਿਹੜੇ ਬੋਲ ਉਹਨਾਂ ਬੋਲੇ ਆ ਨਾ, ਵਾਹ ਕਮਾਲ ਸੀ। ਉਸ ਵੇਲੇ ਪੰਚ ਹਿੱਤੇ ਨੇ ਹੁਕਮ ਕੀਤਾ ਵੀ ਜਿਹੜੀਆਂ ਇਹ ਰਸਮਾਂ ਨੇ ਇਹਨਾਂ ਨੂੰ ਅੱਗੇ ਨਿਭਾਇਆ ਜਾਵੇ, ਕਿਉਂਕਿ ਹੁਣ ਡੋਲੀ ਦੀ ਰਸਮ ਹੈ, ਬਰਾਤ ਨੇ ਵਾਪਸ ਜਾਣਾ ਹੈ। ਸਾਰੀ ਬਰਾਤ ਨੂੰ ਸੱਦਾ ਦਿੱਤਾ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾਇਆ ਜਾਵੇ, ਘਰ ਸੱਦਾ ਦਿੱਤਾ ਜਾਵੇ ਤਾਂ ਜੋ ਚੱਲ ਕੇ ਆਵਣ। ਸਵਈਆ ਮੂਲੇ ਕੀਰਤੀ ਵਿਰਾਗ ਕਰੈ, ਤਨੀਆਂ ਅਨਰਾਗ ਹਿਰਦੇ ਉਮਗਾਏ, ਔਰ ਮਿਲੀ ਕਨਕਾ ਤੋਹਿਆਨ, ਵੱਡੀ ਵੱਡ ਭਾਗਣ ਹੈ ਜੇ ਥਾਏ। ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਸਾਥੀਆਂ ਰਿਸ਼ਤੇਦਾਰਾਂ ਦੇ ਸਮੇਤ ਘਰ ਆ ਗਏ, ਬੜੇ ਸੋਹਣੇ ਵਸਤਰ ਪਾਏ ਆ। ਕਹਿੰਦੇ ਸਭ ਤੋਂ ਪਹਿਲਾਂ ਮੂਲ ਚੰਦ ਜੀ ਦੀ ਪਤਨੀ ਚੰਦੋ ਰਾਣੀ, ਗੁਰੂ ਨਾਨਕ ਸਾਹਿਬ ਜੀ ਦੀ ਸੱਸ ਮਾਂ ਆਈ, ਸੁਲੱਖਣੀ ਜੀ ਦੀ ਮਾਤਾ, ਆਪਣੀ ਧੀ ਦੇ ਗਲ ਲਿਪਟ ਕੇ ਭੁੱਬਾ ਮਾਰ-ਮਾਰ ਉੱਚੀ ਰੋਣ ਲੱਗ ਪਈ। ਐਨੇ ਨੂੰ ਸਖੀਆਂ ਸਹੇਲੀਆਂ, ਗਵਾਂਢਣਾਂ, ਦਰਾਣੀਆਂ ਜਠਾਣੀਆਂ ਜਿੰਨੀਆਂ ਸਭ ਆ ਗਈਆਂ ਜੀ, ਉਹ ਵੀ ਰੋਣ ਲੱਗ ਪਈਆਂ। ਹੁਣ ਭਾਵੁਕ ਪਲ ਸੀ ਉਸ ਵੇਲੇ, ਪਿਤਾ ਬਾਹਰ ਖੜਿਆ ਰੋਂਦਾ ਹੈ, ਪਤਨੀ ਅੰਦਰ ਆਪਣੀ ਧੀ ਕੋਲ ਰੋਂਦੀ ਹੈ, ਬਾਰ-ਬਾਰ ਪ੍ਰੇਮ ਕਰਦੀ ਹੈ। ਸਤਿਗੁਰਾਂ ਦੇ ਧਰਮ ਪਤਨੀ ਸੁਲੱਖਣੀ ਜੀ ਉਹ ਵੀ ਭਾਵੁਕ ਹੋ ਗਏ। ਬਹੁਤ ਔਖਾ ਹੁੰਦਾ ਹੈ ਜਦ ਇੱਕ ਧੀ ਆਪਣਾ ਲਾਡਾਂ ਨਾਲ ਪਲਿਆ ਘਰ ਛੱਡ ਕੇ ਜਾਂਦੀ ਹੈ। ਇਹ ਤੇ ਰੱਬ ਦੇ ਕਰਮ ਦੇ ਬਣਾਏ ਹੋਏ, ਜਿਸ ਘਰ ਵਿੱਚ ਜੰਮੀ ਉਹ ਕਹਿੰਦੇ ਤੂੰ ਬਗਾਨੀ, ਬੇਗਾਨਾ ਧਨ ਹੈ। ਜਿਸ ਘਰ ਵਿੱਚ ਵਿਆਹ ਕੇ ਗਈ ਉਹ ਵੀ ਕਹਿੰਦੇ ਨੇ ਤੈਨੂੰ ਤੇਰੇ ਮਾਪਿਆਂ ਨੇ ਸਿਖਾਇਆ ਕੁਝ ਨਹੀਂ, ਇਹ ਬਗਾਨੀ ਹੈ। ਦੋ ਘਰਾਂ ਦੀ ਮਾਲਕ ਹੋ ਕੇ ਵੀ ਕਿਸੇ ਇੱਕ ਘਰ ਦੀ ਨਹੀਂ ਆਖੋ ਸਤਿਨਾਮ। ਦੁਨੀਆ ਨੇ ਐਸੇ ਕਰਮ ਧੀਆਂ ਦੇ ਬਣਾ ਕੇ ਰੱਖੇ, ਮਾਲਕ ਦੋ ਘਰਾਂ ਦੀ, ਪੁੱਛ ਪ੍ਰਤੀਤ ਕੋਈ ਨਹੀਂ। ਪੇਕੇ ਘਰ ਆਉਂਦੀ ਹੈ, ਸਹੁਰਿਆਂ ਦੇ ਤਾਂਦੇ ਬਣੀ ਜਾਂਦੇ ਆ, ਸਹੁਰਿਆਂ ਦੇ ਘਰ ਬਹਿੰਦੀ ਹੈ, ਉਹ ਕਹਿੰਦੇ ਮਾਂ ਦੀ ਚਮਚੀ ਹੈ, ਇਹ ਮਾਂ ਦਾ ਹੀ ਖਹਿੜਾ ਨਹੀਂ ਛੱਡਦੀ, ਇਹਦਾ ਬਾਪੂ ਸਿਖਾਉਂਦਾ, ਇਹਦਾ ਭਰਾ ਸਿਖਾਉਂਦਾ ਹੈ। ਜਿੱਦਣ ਉਹ ਘਰ ਬੈਠੇ ਉਹ ਕਹਿੰਦੇ ਘਰ ਵਾਲੇ ਦੀਆਂ ਗੱਲਾਂ ਜ਼ਿਆਦਾ ਮੰਨਦੀ ਹੈ, ਇਹ ਨਣਦਾਂ ਦੇ ਪਿੱਛੇ ਤੁਰੀ ਫਿਰਦੀ ਹੈ। ਦੋ ਘਰਾਂ ਦੀ ਹੋ ਕੇ ਕਿਸੇ ਇੱਕ ਘਰ ਦੀ ਵੀ ਨਹੀਂ। ਇਹ ਸਮਾਜ ਨੇ ਔਰਤਾਂ ਨੂੰ ਇੱਥੇ ਲਿਆ ਕੇ ਖੜਾ ਕਰਤਾ। ਪਰ ਉਹਨਾਂ ਸਮਿਆਂ ਵਿੱਚ ਮਾਂ ਰੋਈ, ਲਿਪਟ ਲਿਪਟ ਕੇ ਰੋਈ, ਬੜਾ ਵੈਰਾਗ ਕੀਤਾ ਤੇ ਬਾਹਰੋਂ ਆਵਾਜ਼ ਆਈ ਵੀ ਰੋਇਆ ਨਾ ਜਾਵੇ। ਤੇ ਮਾਂ ਆਪਣੀ ਧੀ ਨੂੰ ਲੈ ਕੇ ਬਾਹਰ ਆਈ ਹੈ ਘਰ ਤੋਂ, ਨਾਲ ਸੁਲੱਖਣੀ ਜੀ ਦੀਆਂ ਕੁਛ ਭੈਣਾਂ ਰਿਸ਼ਤੇਦਾਰੀ ਚ, ਸਖੀਆਂ ਸਹੇਲੀਆਂ, ਉਹ ਵੀ ਅੱਜ ਭਾਵੁਕ ਹਨ। ਡੋਰੇ ਕੋ ਅਗਰਜ ਕੀਨ ਚੱਲੇ, ਅਰਬਿੰਦ ਬਿਲੋਚਨ ਰੂਖ ਸਹਾਈ। ਉਸ ਵੇਲੇ ਡੋਲੀ ਮੰਗਾਈ ਗਈ ਘਰ ਦੀ ਦਹਲੀਜ਼ ਦੇ ਅੰਦਰ। ਮਾਂ ਨੇ ਆਪਣੀ ਧੀ ਨੂੰ ਜਦੋਂ ਡੋਲੀ ਵਿੱਚ ਬਿਠਾਇਆ, ਭੁੱਬਾਂ ਮਾਰ-ਮਾਰ ਰੋਈ, ਬਹੁਤ ਰੋਈ। ਸਭ ਔਰਤਾਂ ਰੋ ਪਈਆਂ, ਸਭ ਦੇ ਮਨ ਭਰੇ ਹੋਏ ਆ। ਡੋਲੀ ਦੀ ਵਿਦਾਇਗੀ ਮਾਪਿਆਂ ਲਈ ਸਭ ਤੋਂ ਔਖਾ ਪਲ ਹੁੰਦਾ ਹੈ। ਇਹ ਤੋਂ ਵੱਡਾ ਪਲ ਕਿਸੇ ਮਾਂ-ਬਾਪ ਵਾਸਤੇ ਨਹੀਂ ਹੋ ਸਕਦਾ। ਭਾਵੇਂ ਉਹ ਖੁਸ਼ ਨੇ, ਪਰ ਜਦ ਧੀ ਸਦਾ ਲਈ ਘਰ ਛੱਡ ਕੇ ਜਾਂਦੀ ਹੈ, ਦਰਦ ਤੇ ਫਿਰ ਉਹਨਾਂ ਨੂੰ ਪਤਾ ਕਿਹੜਾ ਹੁੰਦਾ ਹੈ। ਫਿਰ ਉਹੀ ਧੀ ਉਸ ਘਰ 'ਚ ਬਗਾਨੀ ਬਣ ਜਾਂਦੀ ਹੈ। ਆਊਗੀ ਪੁੱਛ ਕੇ, ਜਾਊਗੀ ਦੱਸ ਕੇ, ਤੇ ਆਏਗੀ ਕਦੇ ਕਦੇ। ਜਦੋਂ ਸੁਲੱਖਣੀ ਜੀ ਨੂੰ ਵਿਦਾਇਗੀ ਹੋਣ ਲੱਗੀ ਨਾ ਜੀ, ਕਹਿੰਦੇ ਸਾਰਾ ਪਿੰਡ ਧਾਹਾਂ ਮਾਰ ਰੋਇਆ। ਬਾਪੂ ਵੀ ਸ਼ਬਲੇ ਵਾਲੀ ਪੱਗ ਵਿੱਚ ਚੁੱਪ ਚੁਪੀਤੇ ਰੋਂਦਾ ਹੈ। ਦੁਨੀਆ ਖੜੀ ਰੋ ਰਹੀ ਹੈ, ਪਿੰਡ ਦਾ ਪੰਚ ਉਹ ਵੀ ਰੋ ਰਿਹਾ ਹੈ।
ਕਹਿੰਦੇ ਸਭ ਭਾਵੁਕ ਸਨ। ਇੱਥੋਂ ਤੱਕ ਸਤਿਗੁਰਾਂ ਦੇ ਪਿਤਾ ਵੀ ਅੱਖਾਂ ਭਰ ਆਏ। ਉਹਨਾਂ ਵੀ ਧੀ ਤੋਰੀ ਆਪਣੀ, ਜਿਹਨੇ ਤੋਰੀ ਹੈ ਨਾ, ਜਿਹਨੂੰ ਆਪਣੀ ਧੀ ਨਾਲ ਪ੍ਰੇਮ ਹੈ, ਉਹ ਕਦੇ ਨੂੰਹਾਂ ਤੇ ਕਹਿਰ ਨਹੀਂ ਢਾਉਂਦਾ। ਆਖੋ ਸਤਿਨਾਮ। ਜਿਹਨੇ ਆਪਣੀ ਧੀ ਨੂੰ ਧੀ ਨਹੀਂ ਮੰਨਿਆ, ਬਗਾਨਿਆਂ ਨੂੰ ਕੀ ਸਮਝੂ। ਅੱਜ ਤੇ ਰਿਸ਼ਤੇ ਸਾਰੇ ਪੈਸੇ ਦੇ ਆ। ਕਿਸੇ ਰਿਸ਼ਤੇ 'ਚ ਪੈਸਾ ਖਿੱਚਦੋ ਹੈ ਕੀ ਹੈ, ਕੱਖ ਵੀ ਨਹੀਂ ਪਿੱਛੇ। ਜ਼ਮਾਨਾ ਮਸ਼ੀਨ ਬਣਿਆ ਹੋਇਆ ਹੈ, ਸੌਫਟਵੇਅਰ ਤੇ ਦੁਨੀਆ ਚੱਲ ਰਹੀ ਹੈ। ਜਿਵੇਂ ਸਾਡਾ ਮੋਬਾਈਲ, ਲੈਪਟਾਪ, ਇੰਟਰਨੈਟ ਚੱਲਦਾ ਹੈ, ਅੱਜ ਰਿਸ਼ਤੇ ਵੀ ਸੌਫਟਵੇਅਰ ਦੇ ਨੇ। ਕੋਈ ਪਤਾ ਨਹੀਂ ਕਿਹਨੇ ਕਿੱਥੇ ਹੈ, ਉਹ ਸਭ ਭੁੱਲ ਜਾਣਾ। ਜਿਸ ਵੇਲੇ ਕਹਿੰਦੇ ਵਿਦਾਇਗੀ ਹੋਣ ਲੱਗੀ, ਡੋਲੀ ਵਿੱਚ ਧੀ ਨੂੰ ਪਾਇਆ, ਚੌਲ ਸੁੱਟੇ ਗਏ, ਮਾਇਆ ਵਾਰੀ ਗਈ, ਮਾਂ ਰੋਂਦੀ ਕੋਭਾ ਮਾਰਦਾ, ਧੀਏ ਨਾ ਜਾ। ਤੇ ਡੋਲੀ ਵਿੱਚ ਬੈਠੀ ਧੀ ਵੀ ਅਥਰੂ ਬਹਾਉਂਦੀ ਹੈ, ਬੇਵੱਸ ਹੈ, ਕੋਈ ਜ਼ੋਰ ਨਹੀਂ ਚੱਲਦਾ। ਭਾਰਤ ਬਿਤ ਉਧਾਰ ਕੀਏ ਚਿਤ, ਕੀਰਤ ਬੀਚ ਕਵਿਤਨ ਗਾਏ। ਜਿਸ ਵੇਲੇ ਘਰ ਤੋਂ ਡੋਲੀ ਵਿਦਾ ਹੋਣ ਲੱਗੀ ਹੈ, ਫੁਲਕਾਰੀਆਂ ਦੀ ਛਾਂ ਏ, ਹਾਹਾਕਾਰ, ਭਾਵੇਂ ਬੈਂਡ ਬਾਜੇ ਵੱਜਦੇ ਪਰ ਫਿੱਕੇ ਲੱਗਦੇ ਬਾਹਰ। ਕਾਲਜੇ ਵੱਜਦੇ ਆ ਕਿ ਜਦੋਂ ਢੋਲ ਵੱਜਦੇ ਤਾਂ ਦੁੱਖ ਬਹੁਤ ਸੀ। ਜਦੋਂ ਧੀ ਘਰੋਂ ਚਲੀ ਹੈ, ਕਹਿੰਦੇ ਇਸ ਡੋਲੀ ਨੂੰ ਸਭ ਤੋਂ ਅੱਗੇ ਕੀਤਾ ਗਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੁੱਪ ਚਪੀਤੇ ਸਭ ਕੁਝ ਵੇਖ ਰਹੇ ਨੇ। ਇੰਨੇ ਦੁੱਖ ਲੈ ਕੇ ਧੀਆਂ ਜਾਂਦੀਆਂ ਨੇ, ਇੰਨਾ ਕੁਝ ਛੱਡ ਕੇ ਜਦੋਂ ਜਾਂਦੀਆਂ ਤੇ ਸਾਹਮਣੇ ਵੀ ਕੋਈ ਅਪਣਾਉਂਦਾ ਨਹੀਂ। ਪੁੱਛੋ ਤੇ ਸਹੀ ਉਹਨਾਂ ਤੇ ਬੀਤਦੀ ਕੀ ਹੈ। ਘਰ ਵੀ ਛੱਡ ਕੇ ਆਈਆਂ, ਸਭ ਕੁਝ ਛੱਡ ਕੇ ਆਈਆਂ, ਕੋਈ ਉੱਥੇ ਵੀ ਕਿਸੇ ਨੇ ਗੱਲ ਨਾ ਲਾਇਆ। ਪਰ ਗੁਰੂ ਸਾਹਿਬ ਜਾਣਦੇ ਸੀ ਪਰਿਵਾਰ ਦੀਆਂ ਰਸਮਾਂ ਨੇ, ਜ਼ਮਾਨੇ ਦੀਆਂ ਰਵਾਇਤਾਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਹਰ ਆਏ, ਕਹਿੰਦੇ ਜਦੋਂ ਇਹ ਬਰਾਤ ਤੁਰਨ ਲੱਗੀ ਨਾ, ਸਤਿਗੁਰਾਂ ਦੇ ਪਿਤਾ ਨੇ ਮੂਲ ਚੰਦ ਜੀ ਨੂੰ ਗੱਲ ਲਾ ਕੇ ਆਖਿਆ, ਕਹਿੰਦੇ ਦਿਲ ਨਹੀਂ ਛੱਡਣਾ, ਸਾਡੀ ਧੀ ਹੈ, ਧੀ ਬਣਾ ਕੇ ਲੈ ਕੇ ਚੱਲੇ। ਕਹਿੰਦੇ ਅੱਜ ਵੀ ਬੜੇ ਆ ਜੀ, 6 ਮਹੀਨਿਆਂ ਬਾਅਦ ਨੰਬਰ ਟਰੈਕ ਕਰਦੇ ਫਿਰਦੇ ਹੁੰਦੇ ਆ ਵੀ ਮਾਂ ਨਾਲ ਕਿੰਨੀ ਗੱਲ ਕਰਦੀ, ਬਾਪੂ ਨਾਲ ਕਿੰਨੀ ਕਰਦੀ, ਭਰਾ ਨਾਲ ਕਿੰਨੀ ਕਰਦੀ ਹੈ, ਸਾਡੀ ਕਿਉਂ ਨਹੀਂ ਮੰਨਦੀ। ਆਹ ਹਾਲ ਨੇ ਹੁਣ ਤੇ ਦੋਨੇ ਪਾਸੇ ਬੁਰਾ ਹਾਲ ਹੈ। ਨਾ ਧੀਆਂ ਵਾਲੇ ਘੱਟ, ਨਾ ਮੁੰਡਿਆਂ ਵਾਲੇ ਘੱਟ, ਕਿਤੇ ਕਿਤੇ ਤੇ ਆਹ ਹਾਲ ਹੈ। ਹੁਣ ਤੇ ਜ਼ਮਾਨਾ ਇੱਥੇ ਗੜਿਆ, ਕਹਿੰਦੇ ਜੀ ਆਈਲੈਟਸ ਚਾਹੀਦੀ ਹੈ, ਕੈਨੇਡਾ ਦਾ PR ਚਾਹੀਦਾ, ਭਾਵੇਂ ਹੋਵੇ 56 ਸਾਲ ਦਾ, ਨੋ ਪ੍ਰੋਬਲਮ। ਆਖੋ ਸਤਿਨਾਮ। ਹਵਾ ਉੱਤੇ ਆ ਪਿਆ ਜ਼ਮਾਨੇ ਦਾ, ਰਹੀ ਕੁਛ ਨਹੀਂ ਦੁਨੀਆ ਦੇ ਵਿੱਚ। ਤੁਸੀਂ ਅੱਜ ਜਿਹੜੇ ਪਾਪ ਦੀ ਗੱਲ ਕਰ ਲਓ, ਕਿਸੇ ਰਿਸ਼ਤੇ ਦੇ ਪਾਪ ਦੀ ਗੱਲ ਕਰ ਲਓ, ਭਾਈਓ ਸੱਚੀ ਹੈ। ਜੋ ਕਹਿ ਦੋਗੇ ਨਾ ਜ਼ੁਬਾਨ ਤੋਂ ਕਲਯੁਗ ਦੇ ਵਿੱਚ, ਉਹ ਹੋ ਰਿਹਾ ਹੈ, ਕਿਤੇ ਨਾ ਕਿਤੇ ਚੱਲ ਰਿਹਾ ਹੈ। ਅੱਜ ਕੁਝ ਵੀ ਅੱਤ ਕਥਨਾ ਨਹੀਂ, ਪਰ ਉਹਨਾਂ ਸਮਿਆਂ ਵਿੱਚ ਸੰਗਾਂ ਸ਼ਰਮਾਂ ਰਿਸ਼ਤਿਆਂ ਵਿੱਚ ਬਹੁਤ ਵੱਡੀਆਂ ਚੀਜ਼ਾਂ ਸਨ। ਨਿਭਾਉਣ ਵਾਲੇ ਨਿਭਾਉਂਦੇ ਸੀ, ਠੀਕ ਹੈ, ਮਾੜੇ ਅਨਸਰ ਤੇ ਸਤਿਯੁਗ ਵਿੱਚ ਵੀ ਸੀ, ਚੋਰ ਲੁਟੇਰੇ ਮਾੜੇ ਕੰਮ ਕਰਨ ਵਾਲੇ ਦੁਆਪਰ ਵਿੱਚ ਵੀ ਸੀ, ਤ੍ਰੇਤੇ ਵਿੱਚ ਵੀ ਸੀ, ਕਲਯੁਗ ਵਿੱਚ ਵੀ ਨੇ। ਪਰ ਜਿਨ੍ਹਾਂ ਤੇ ਕਿਰਪਾ ਉਹ ਅੱਜ ਵੀ ਕਿਰਪਾ ਦੇ ਪਾਤਰ ਨੇ। ਮੂਲ ਚੰਦ ਜੀ ਨੂੰ ਸਹਾਰਾ ਦੇ ਕੇ, ਹੌਸਲਾ ਦੇ ਕੇ ਕਹਿੰਦੇ ਚਿੰਤਾ ਨਾ ਕਰੋ, ਉਲਾਂਭਾ ਨਹੀਂ ਕਦੇ ਆਊਗਾ। ਮਾਪਿਆਂ ਨੂੰ ਧੀ ਦੀ ਡੋਲੀ ਦਾ ਦੁੱਖ ਨਹੀਂ ਹੁੰਦਾ ਚੱਲੀ ਹੈ, ਦੁੱਖ ਇਸ ਗੱਲ ਦਾ ਹੁੰਦਾ ਹੈ, ਲਾਡਾਂ ਤੇ ਫੁੱਲਾਂ ਵਾਂਗੂ ਪਾਲੀ ਹੋਈ ਧੀ ਪਤਾ ਨਹੀਂ ਕਿਹੜੇ ਹਾਲਾਂ ਵਿੱਚ ਟਾਈਮ ਕੱਢੂਗਾ। ਆਖੋ ਸਤਿਨਾਮ। ਅੱਗੇ ਵਾਲੇ ਕਿਹੋ ਜਿਹੇ ਹੋਣਗੇ, ਚੰਗੇ ਹੋਣਗੇ ਜਾਂ ਮਾੜੇ ਹੋਣਗੇ, ਕਿਤੇ ਦੁਖੀ ਤਾਂ ਨਹੀਂ ਆਏਗੀ, ਰੋਕੇ ਤਾਂ ਨਹੀਂ ਆਊਗੀ। ਜਦ ਆਹ ਚੀਜ਼ਾਂ ਮਾਪਿਆਂ ਦੇ ਸਾਹਮਣੇ ਆਉਂਦੀਆਂ ਟੁੱਟ ਜਾਂਦੇ ਨੇ, ਕਿਉਂਕਿ ਆਪਣੀ ਜ਼ਿੰਦਗੀ 'ਚ ਤੇ ਧੀਆਂ ਨੂੰ ਫੁੱਲਾਂ ਵਾਂਗੂ ਪਾਲਿਆ ਹੁੰਦਾ, ਹਰ ਚੀਜ਼ ਲੈ ਕੇ ਦਿੱਤੀ ਹੁੰਦੀ ਹੈ। ਪਰ ਜਦੋਂ ਦੂਜੇ ਘਰ ਜਾ ਕੇ ਪੈਸੇ ਨੂੰ ਤਰਸਦੀ ਹੈ, ਰੋਟੀ ਪਾਣੀ ਨੂੰ ਤਰਸਦੀ ਹੈ, ਕੱਪੜਿਆਂ ਨੂੰ ਤਰਸਦੀ ਹੈ, ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸ ਸਕਦੀ। ਸੱਚੀ ਮਾਵਾਂ ਤੇ ਉਦੋਂ ਹੀ ਮਰ ਜਾਂਦੀਆਂ ਨੇ। ਉਹ ਸਰੀਰ ਦੇ ਪਿੰਜਰ ਕਰਕੇ ਤੁਰੀਆਂ ਫਿਰਦੀਆਂ ਹੁੰਦੀਆਂ। ਸਤਿਗੁਰਾਂ ਦੇ ਸੱਸ ਚੰਦੋ ਰਾਣੀ ਕੋਲ ਆਏ, ਸਿਰ ਤੇ ਹੱਥ ਰੱਖ ਕੇ ਕਹਿੰਦੇ ਪੁੱਤ ਧਿਆਨ ਰੱਖੀ। ਗੁਰੂ ਨਾਨਕ ਸਾਹਿਬ ਮਹਾਰਾਜ ਚਰਨੀ ਹੱਥ ਲਾ ਕੇ ਕਹਿੰਦੇ ਮਾਂ ਚਿੰਤਾ ਨਾ ਕਰ। ਆਖੋ ਸਤਿਨਾਮ। ਫਿਕਰ ਹੀ ਨਾ ਕਰੋ, ਐਡੇ ਬੇਪਰਵਾਹ ਨੇ। ਆ ਸੁਣੀ ਜਾਇਓ ਹੁਣ ਇੱਥੇ ਕੀ ਕੁਛ ਹੋ ਰਿਹਾ, ਬਾਅਦ ਚੋਂ ਕੀ ਹੋਊਗਾ। ਕਰਕੇ ਵਿਖਾਉਣਗੇ ਸੱਚੇ ਪਾਤਸ਼ਾਹ ਵੀ ਜ਼ਮਾਨਾ ਕਿੱਥੇ ਖੜਿਆ ਹੈ, ਸਮਾਜ ਵਿੱਚ ਹੈ ਕੀ ਹੈ। ਕਹਿੰਦੇ ਭਾਵੁਕ ਪਲ ਸਨ, ਪੰਚ ਤੋਂ ਲੈ ਕੇ ਸਭ ਰੋਏ। ਬਰਾਤ ਦੀ ਤਿਆਰੀ ਹੈ, ਬਰਾਤੀ ਖੁਸ਼ ਨੇ, ਪਰ ਇਸ ਘਰ ਦੇ ਵਿੱਚ ਹੰਝੂਆਂ ਦੀਆਂ ਝੜੀਆਂ ਲੱਗੀਆਂ ਨੇ। ਅੜਿਲ ਬਿਰਧ ਧਰਨ ਜੇ ਮਨ, ਸੋ ਦੋਹੇ ਨ ਦਿਸ਼ਾਨ ਕੇ, ਜਸ ਵਿਸਤਾਰੈ ਅਦਿਕ, ਕਹੈ ਬਿਸਮਾਨ ਕੇ। ਆਖਰਕਾਰ ਡੋਲੀ ਨੂੰ ਘਰ ਤੋਂ ਤੋਰਿਆ ਗਿਆ।
ਹੁਣ ਸਨਾਤਨ ਮਤ ਦੇ ਵਿੱਚ ਇੱਕ ਚੀਜ਼ ਹੈ ਹਿੰਦੂ ਧਰਮ ਦੇ ਵਿੱਚ, ਫੇਰਿਆਂ ਵੇਲੇ ਵੀ ਲੜਕੀ ਅੱਗੇ ਹੁੰਦੀ ਤੇ ਲੜਕਾ ਪਿੱਛੇ, ਤੇ ਜਦ ਡੋਲੀ ਤੁਰਦੀ ਉਦੋਂ ਵੀ ਡੋਲੀ ਅੱਗੇ ਹੁੰਦੀ ਤੇ ਮਰਦ ਪਿੱਛੇ ਹੁੰਦਾ। ਡੋਲੀ ਤੋਂ ਪਹਿਲਾਂ ਤੁਰਿਆ ਗਿਆ, ਬੜੇ ਚਾਵਾਂ ਦੇ ਨਾਲ ਡੋਲੀ ਚੱਲੀ ਹੈ, ਸੋਨਾ ਚਾਂਦੀ ਵਾਰਿਆ ਜਾਂਦਾ ਹੈ, ਪੈਸੇ ਸੁੱਟੇ ਗਏ, ਫੁੱਲ ਪਤਾਸੇ ਸੁੱਟੇ ਜਾਂਦੇ, ਖੁਸ਼ੀ ਦੇ ਵਿੱਚ ਫੁੱਲ ਵਰਸਾਏ ਜਾਂਦੇ ਆ, ਖੁਸ਼ੀ ਬੜੀ ਸੀ ਸਾਰਿਆਂ ਨੂੰ। ਸਤਿਗੁਰਾਂ ਦੇ ਪਿਤਾ ਜੀ ਮਿਲਣ ਤੋਂ ਬਾਅਦ ਬਾਹਰ ਆਏ ਆ, ਕਹਿੰਦੇ ਬਾਹਰ ਬਰਾਤ ਬੜੀ ਦੂਰ ਤੱਕ ਖੜੀ ਹੈ, ਬੈਂਡ ਬਾਜੇ ਵੱਜਦੇ ਆ, ਹਾਥੀ ਘੋੜੇ ਊਠ ਰੱਥ ਪਹਿਲਾਂ ਤੋਂ ਵੀ ਜ਼ਿਆਦਾ ਸਜੇ ਹੋਏ ਨੇ। ਹਮੇ ਬਿਲੋਕਤ ਕਬ ਹੈ ਨਾਸ ਉਤਸਵ ਭਇਓ, ਹੋ ਜੈਸੀ ਇਸ ਉਪਬਿਆਹੀ ਹਰਖ ਅਤਿਸ਼ੈ ਭਇਓ। ਭਾਈ ਬਾਲਾ ਦੀ ਨੇਤਰ ਭਰ ਕੇ ਕਹਿੰਦੇ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ, ਮੈਂ ਆਪਣੀ ਜ਼ਿੰਦਗੀ ਦੇ ਇੰਨੇ ਪਲ ਗੁਜ਼ਾਰ ਲਏ, ਇੰਨੀ ਲੰਬੀ ਉਮਰ ਮੇਰੀ ਹੋ ਗਈ, ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੇ ਬਰਾਤ ਵਰਗਾ ਸਮਾਗਮ ਮੈਂ ਆਪਣੇ ਜੀਵਨ ਵਿੱਚ ਕਦੇ ਨਾ ਵੇਖਿਆ ਨਾ ਵੇਖ ਸਕਦਾ। ਆਖੋ ਸਤਿਨਾਮ। ਕਹਿੰਦੀ ਏਡਾ ਵੱਡਾ ਸਮਾਗਮ ਲੱਗਦਾ ਹੀ ਨਹੀਂ ਸੀ ਵਿਆਹ ਹੈ, ਪਤਾ ਨਹੀਂ ਜਿੱਦਾਂ ਪੂਰੀ ਦੁਨੀਆ ਕੋਲ ਆਲਮ ਇਕੱਠਾ ਹੋਇਆ ਹੁੰਦਾ, ਦਾਨ ਪੁੰਨ ਭੋਜਨ ਪਾਣੀ ਬੜਾ ਚਾਅ ਲੋਕਾਂ ਦੇ ਵਿੱਚ ਸੀ। ਕਹਿੰਦੇ ਇਸ ਸਮਾਗਮ ਨੇ ਛਾਪਾਂ ਛੱਡੀਆਂ ਦਿਨਾਂ ਤੇ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਵਾਪਸ ਚੱਲੀ ਹੈ, ਵਰ ਕੇ ਚੱਲੇ ਨੇ ਸੁਲੱਖਣੀ ਜੀ ਨਾਲ, ਕਹਿੰਦੇ ਡੋਲੇ ਵਿੱਚ ਬੈਠੇ ਨੇ, ਮਨ ਭਰਿਆ ਹੋਇਆ ਹੈ, ਬੜੇ ਖਿਆਲ ਮਨ ਵਿੱਚ ਆਉਂਦੇ ਨੇ। ਕਹਿੰਦੇ ਇਹ ਬਰਾਤ ਚੱਲ ਪਈ, ਮੂਲ ਚੰਦ ਜੀ ਕਾਫੀ ਦੂਰ ਤੱਕ ਪਿੱਛੇ ਪਿੱਛੇ ਆਉਂਦੇ ਰਹੇ, ਮਾਂ ਤੇ ਦਰਵਾਜ਼ੇ ਤੋਂ ਅੱਗੇ ਇੱਕ ਕਦਮ ਵੀ ਨਾ ਉੱਠ ਸਕੀ, ਉਹਦਾ ਤੇ ਮਨ ਭਰਿਆ ਹੋਇਆ, ਜਿੱਥੇ ਖੜੇ ਨੇ ਉੱਥੇ ਬੈਠ ਗਏ ਨੇ। ਦੋਹਰ ਅਸ ਵਿਦ ਜਸ ਵਿਸਤਾਰ ਕੈ ਗਮਨੀ ਪੰਥ ਬਰਾਤ, ਕ੍ਰਮ ਕ੍ਰਮ ਕਰੇ ਨਿਵਾਸ ਤੋ ਜਿਉ ਕੀਨੇ ਮਗ ਜਾਤ। ਬਟਾਲੇ ਦੀ ਧਰਤੀ ਤੋਂ ਬਰਾਤ ਨੇ ਵਿਦਾਇਗੀ ਲਈ ਹੈ, ਬੜੀ ਦੂਰ ਤੱਕ ਮੂਲ ਚੰਦ ਜੀ ਆਏ ਨੇ, ਡੋਲੀ ਨੂੰ ਹੱਥ ਲਾ ਕੇ ਵਾਪਸ ਹੋ ਕੇ ਗਏ। ਪਿੰਡ ਦੀ ਦਹਲੀਜ਼ ਤੇ ਖੜੇ ਆ ਜੀ, ਫਿਰਨੀ ਤੇ ਖੜੇ ਆ, ਧੀ ਦੀ ਡੋਲੀ ਨੂੰ ਬਰਾਤ ਦੇ ਰੂਪ ਵਿੱਚ ਜਾਂਦਿਆਂ ਵੇਖਦੇ ਨੇ। ਸਾਰੇ ਨਗਰ ਦਾ ਮਨ ਭਰਿਆ, ਕਿਸੇ ਨੂੰ ਅੱਜ ਕੁਝ ਵੀ ਚੰਗਾ ਨਹੀਂ ਲੱਗਦਾ। ਇੰਨੇ ਸੁਸ਼ੀਲ ਸਨ ਸੁਲੱਖਣੀ, ਇੰਨੇ ਭਲੇ ਸੁਭਾਅ ਦੇ ਸਨ, ਰੱਬ ਰੂਪ ਸਨ ਉਹ। ਕਹਿੰਦੇ ਉਹਨਾਂ ਦੇ ਜਾਣ ਤੋਂ ਬਾਅਦ ਇਦਾਂ ਲੱਗੇ ਜਿੱਦਾਂ ਸ਼ਹਿਰ ਬਟਾਲਾ ਸੁੰਨਸਾਨ ਹੋ ਗਿਆ, ਕਿਤੇ ਨਫੀਰੀਆਂ ਵੱਜਦੀਆਂ ਸੀ, ਅਲਗੋਜੇ ਵੱਜਦੇ ਸੀ, ਸੰਖ ਵੱਜਦੇ ਸੀ, ਢੋਲ ਵੱਜਦੇ ਸੀ, ਇੱਕਦਮ ਸੁੰਨਸਾਨ ਹੋਣ ਲੱਗੀ ਹੈ। ਕਹਿੰਦੇ ਬਰਾਤ ਵਾਪਸ ਹੋ ਗਈ ਵਿਆਹ ਦੇ ਕਾਰਜਾਂ ਤੋਂ ਬਾਅਦ, ਨੱਚਦੀ ਟੱਪਦੀ ਗਾਉਂਦੀ ਬਰਾਤ ਕਦਮ ਦਰ ਕਦਮ ਸੇ ਕਰਦੀ ਹੋਈ ਆਪਣੇ ਰਾਹੀ ਚੱਲ ਪਈ। ਦੋਹਰਾ ਸਿਕਤਾ ਘਨ ਤੇ ਮੀਰ ਕੀਆ, ਮਿਹਰੋ ਧੀ ਕਨ ਕੀਨ। ਪ੍ਰਸੰਗ ਆਰੰਭ ਕਰਦੇ ਹੋਏ ਮਹਾਕਵੀ ਭਾਈ ਸੰਤੋਖ ਸਿੰਘ ਜੀ ਉਪਮਾ ਕਰਦੇ ਨੇ, ਕਹਿੰਦੇ ਸਿਕਤਾ ਕਨ ਤੇ ਮੇਰ ਕੀਓ। ਸਿਕਤਾ ਨਾਮ ਰੇਤੇ ਹੈ, ਕਣ ਨਾਮ ਰੇਤੇ ਦਾ ਕਣ ਹੈ, ਮੇਰ ਨਾਮ ਸੁਮੇਰ ਪਰਬਤ ਹੈ। ਕਹਿੰਦੇ ਐ ਸੱਚੇ ਪਾਤਸ਼ਾਹ ਤੁਸੀਂ ਰੇਤੇ ਦੇ ਕਣ ਨੂੰ ਮੇਰ ਸੁਮੇਰ ਬਣਾ ਦਿੰਦੇ ਹੋ, ਮੇਰ ਹੋ ਤੇ ਘਨ ਕੀਨ। ਜੇ ਤੁਸੀਂ ਚਾਹੋ ਵੱਡੇ ਵੱਡੇ ਸੁਮੇਰ ਪਰਬਤਾਂ ਨੂੰ ਬੱਦਲ ਬਣਾ ਸਕਦੇ ਹੋ, ਬਦਲੀਆਂ ਬਣਾ ਕੇ ਗਲੇਸ਼ੀਅਰਾਂ ਨੂੰ ਤੁਸੀਂ ਪਾਣੀ ਬਣਾ ਦਿੰਦੇ ਹੋ। ਇਹ ਸਭ ਤੇਰੀ ਉਪਮਾ ਏ। ਸ੍ਰੀ ਗੋਬਿੰਦ ਸਿੰਘ ਨਮੈ ਮਮ ਕੇਵਲ ਦਾਨੀ ਦੀਨ। ਸ਼੍ਰੀ ਗੋਬਿੰਦ ਸਿੰਘ ਨਮਹਿ ਮਮ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੇਰੀ ਤੇਰੇ ਚਰਨਾਂ ਵਿੱਚ ਨਮਸਕਾਰ ਬੰਦਨਾ ਹੈ। ਕੇਵਲ ਦਾਨੀ ਦੀਨ, ਤੁਸੀਂ ਮੁਕਤੀ ਦੀਆਂ ਦਾਤਾਂ ਦੇਣ ਵਾਲੇ, ਪੰਥ ਦੇ ਰਾਖੇ ਹੋ, ਆਪ ਸਹਾਇਕ ਹੋ, ਕੌਮ ਦੇ ਮਾਲੀ ਹੋ। ਐ ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਹਨਾਂ ਖੁਸ਼ੀਆਂ ਦੇ ਪ੍ਰਸੰਗਾਂ ਨੂੰ ਤੇਰੀਆਂ ਰਹਿਮਤਾਂ ਨਾਲ ਲਗਾਉਂਦੇ ਰਹੀਏ। ਨਵੇਂ ਪ੍ਰਸੰਗ ਦੀ ਆਰੰਭਤਾ ਕਰਦੇ ਹੋਏ ਆਖਣ ਲੱਗੇ ਤੁਸੀਂ ਤੇ ਇੱਕ ਧੂੜ ਦੇ ਕਿੜਕੇ ਨੂੰ ਸਮੇਰ ਪਰਬਤ ਤੇ ਸਮੇਰ ਪਰਬਤ ਵਰਗੇ ਹੰਕਾਰੀਆਂ ਨੂੰ ਤੁਸੀਂ ਧੂੜ ਵਿੱਚ ਮਿਲਾ ਦਿੰਦੇ ਹੋ। ਔਰੰਗਜ਼ੇਬ ਵਰਗੇ ਪਾਪੀਆਂ ਨੂੰ ਨੇਸ ਤੇ ਨਬੂਦ ਕੀਤਾ ਏ। ਚੌਪਈ ਨਿਕਟ ਨਗਰ ਕੀ ਗਈ ਬਰਾਤ, ਜਾ ਕੀ ਸੋਭਾ ਭਾਤਨ ਭਾਤ। ਕਵੀ ਜੀ ਅਗਲੇ ਪ੍ਰਸੰਗ ਵਿੱਚ ਜ਼ਿਕਰ ਕਰਦੇ, ਕਹਿੰਦੇ ਇਹ ਬਰਾਤ ਚਲਦੀ 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 ਪੈਂਡੇ ਦਰ ਪੈਂਡਾ
ਸੁਲਤਾਨਪੁਰ ਲੋਧੀ ਦੇ ਕਰੀਬ ਆ ਗਈ। ਬਿਆਸਾ ਪਾਰ ਕੀਤਾ, ਖਡੂਰ ਸਾਹਿਬ ਦਾ ਇਲਾਕਾ ਪਾਰ ਕਰਕੇ ਬਿਆਸ ਦਰਿਆ ਨੂੰ ਪਾਰ ਕੀਤਾ, ਟੱਪਿਆ, ਟੱਪ ਕੇ ਉਸ ਪਾਸੇ ਆਏ ਨੇ ਜਿਸ ਪਾਸੇ ਸੁਲਤਾਨਪੁਰ ਲੋਧੀ ਹੈ। ਕਹਿੰਦੇ ਇਸ ਨਗਰ ਦੀ ਬਿਲਕੁਲ ਡਾਇਰੈਕਸ਼ਨ ਵਿੱਚ ਸੇਧ ਵਿੱਚ ਆਈ ਤੇ ਬਰਾਤ ਦੇ ਆਉਣ ਦੀ ਖਬਰ ਘੋੜ ਸਵਾਰਾਂ ਨੇ ਇੱਕ ਦਿਨ ਪਹਿਲਾਂ ਦੇ ਦਿੱਤੀ ਹੈ। ਵਾਜੇ ਤੁਰਹੀ ਪਟੈ ਨਿਸ਼ਾਨਾ, ਪੁਰਕੇ ਨਰਨ ਸੁਣੀ ਤੁਨ ਕਾਨਾ। ਹਾਹਾਕਾਰ ਬਰਾਤ ਨੇ ਮਚਾਇਆ ਹੋਇਆ ਕਿ ਨਫੀਰੀਆਂ ਸੰਖ ਬਾਜੇ ਅਲਗੋਜੇ ਬੈਂਡ ਉਹਨਾਂ ਸਮਿਆਂ ਦੇ ਵੱਜਦੇ ਨੇ, ਊਠਾਂ ਦੇ ਉੱਤੇ, ਹਾਥੀਆਂ ਦੇ ਉੱਤੇ। ਸਤਿਗੁਰਾਂ ਦੇ ਪਿਤਾ ਚਾਚਾ ਜੀ ਪਰਮਾਨੰਦ ਜੈਰਾਮ ਸਾਰੇ ਸਵਾਰ ਨੇ। ਕਹਿੰਦੇ ਜਦੋਂ ਇਹ ਸ਼ੋਰ ਸ਼ਰਾਬਾ ਰੌਲਾ ਨਗਰ ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਸੁਣਿਆ, ਆਪ ਮੁਹਾਰੇ ਲੋਕ ਉਸ ਪਾਸੇ ਭੱਜ ਗਏ। ਅੱਗੇ ਤੇ ਲੋਕਾਂ ਦੀਆਂ ਖੁਸ਼ੀਆਂ ਛੋਟੀਆਂ ਛੋਟੀਆਂ ਬਹੁਤ ਵੱਡੀਆਂ ਸੀ, ਜ਼ਮਾਨਾ ਸੀ ਕੋਈ ਛੋਟੀਆਂ ਛੋਟੀਆਂ ਖੁਸ਼ੀਆਂ ਚ ਲੋਕ ਜੀ ਲੈਂਦੇ ਸੀ। ਉਹ ਹੁਣ ਸਾਡੀ ਜੇਬ ਚ ਸਾਰਾ ਕੁਝ ਹੈ, ਜਿਉਣਾ ਹੀ ਭੁੱਲ ਗਿਆ ਖੁਦਾ ਨਾਮ। ਕੋਈ ਜ਼ਮਾਨਾ ਸੀ ਨਾ ਫੋਨ ਹੁੰਦੇ ਸੀ, ਨਾ ਇੰਟਰਨੈਟ ਸੀ, ਨਾ ਚੱਜ ਨਾਲ ਟੀਵੀ ਸੀ। ਲੋਕਾਂ ਦਾ ਸਮਾਂ ਬੜਾ ਸੋਹਣਾ ਲੱਗਦਾ ਸੀ। ਹੁਣ ਸਭ ਕੁਝ ਘਰੇ ਲੱਗਾ, ਜੇਬਾਂ ਚ ਵੀ ਫੋਨ ਨੇ, ਦੁਨੀਆ ਮੁੱਠੀ ਵਿੱਚ ਹੈ, ਫਿਰ ਵੀ ਸਾਡਾ ਦਿਨ ਪਾਰ ਨਹੀਂ ਹੁੰਦਾ, ਟਾਈਮ ਪਾਸ ਨਹੀਂ ਹੁੰਦਾ। ਹਰ ਵੇਲੇ ਬੰਦਾ ਕਹਿੰਦਾ ਕੀ ਕਰਾਂ, ਮੂਡ ਠੀਕ ਨਹੀਂ, ਦਿਨ ਨਹੀਂ ਲੰਘਦਾ। ਇਹ ਕਿਉਂ ਹੋਇਆ? ਕਿਤੇ ਨਾ ਕਿਤੇ ਇਨਸਾਨ ਇੰਨਾ ਫਾਰਵਰਡ ਹੋ ਗਿਆ, ਇੰਨਾ ਸਟੇਟ ਫਾਰਵਰਡ ਹੋ ਗਿਆ, ਇਸ ਸਮੇਂ ਨੂੰ ਕੱਟ ਕੇ ਅੱਗੇ ਹੋ ਗਿਆ। ਹੁਣ ਇਹਦਾ ਸਮਾਂ ਵੀ ਪਾਸ ਨਹੀਂ ਹੁੰਦਾ। ਅੱਗੇ ਤੇ ਛੋਟੀਆਂ ਛੋਟੀਆਂ ਚੀਜ਼ਾਂ ਦੀ ਖੁਸ਼ੀ ਵੱਡੀ ਹੁੰਦੀ ਸੀ, ਹੁਣ ਵੱਡੀਆਂ ਵੱਡੀਆਂ ਚੀਜ਼ਾਂ ਵੀ ਖੁਸ਼ੀ ਨਹੀਂ ਦਿੰਦੀਆਂ। ਵੱਡਾ ਮਹਿਲ ਕੋਠੀ ਬਣਾ ਲਈ, ਖੁਸ਼ੀ ਸੀ, ਕੋਠੀ ਬਣ ਜੇ, ਜਿੱਦਣ ਬਣ ਗਈ ਹੁਣ ਸੌਣ ਦਾ ਮੌਕਾ ਨਹੀਂ ਮਿਲਦਾ ਉੱਥੇ। ਉਹ ਘਰ ਹੀ ਨਹੀਂ ਚੰਗਾ ਲੱਗਦਾ, ਕਹਿੰਦਾ ਇੱਥੇ ਦਿਲ ਨਹੀਂ ਲੱਗਦਾ, ਹੁਣ ਫਲਾਣੀ ਕੰਟਰੀ ਜਾਂਦੇ ਆ। ਕੰਟਰੀ ਵਿੱਚ ਜਾ ਕੇ ਵੀ ਉੱਥੇ ਫੇਰ ਨੌਕਰਾਂ ਵਾਂਗੂ ਕੰਮ ਕੀਤਾ, ਕਹਿੰਦੇ ਹੁਣ ਫਲਾਣੀ ਦਿਸ਼ਾ ਚਲੇ ਜਾਂਦੇ, ਉੱਥੇ ਚੱਲ ਜਾਂਦੇ। ਟਿਕਾ ਹੈ ਕਿਤੇ? ਅੱਗੇ ਲੋਕ ਕੱਚਿਆਂ ਘਰਾਂ ਵਿੱਚ ਵੀ ਪੱਕੇ ਅਰਾਦੇ ਰੱਖਦੇ ਸੀ, ਪੱਕੇ ਲੈਂਟਰਾਂ ਤੇ ਪੱਕੀਆਂ ਫਰਸ਼ਾਂ ਤੇ। ਜਿਗਰੇ ਅੱਜ ਕੱਚ ਵਰਗੇ ਕੱਚੇ ਨੇ, ਆਖੋ ਸਤਿਨਾਮ। ਕੁਛ ਵੀ ਨਹੀਂ ਹੈ, ਖੁਸ਼ੀਆਂ ਨਹੀਂ ਹੈ ਲੋਕਾਂ ਨੂੰ। ਵੱਡੇ ਵੱਡੇ ਕੰਮ ਅਸੀਂ ਘੜੀਆਂ 'ਚ ਕਰ ਸਕਦੇ, ਪਲਾਂ 'ਚ ਕਰ ਸਕਦੇ, ਪਰ ਖੁਸ਼ੀ ਨਹੀਂ ਦਿੰਦੇ। ਅੱਗੇ ਜ਼ਮਾਨਾ ਕੁਝ ਸੀ, ਅੱਗੇ ਲੋਕ ਬਰਾਤਾਂ ਵੇਖ ਕੇ ਖੁਸ਼ ਹੋ ਜਾਂਦੇ ਸੀ। ਹੁਣ 1000 ਬਰਾਤ ਕੋਲੋਂ ਲੰਘ ਜੇ, ਪੈਲਸ ਕੋਲੋਂ ਲੰਘਣ ਨੂੰ ਵੀ ਜੀ ਨਹੀਂ ਕਰਦਾ। ਬੰਦਾ ਕਹਿੰਦਾ ਯਾਰ ਕੀ ਇਹਨਾਂ ਨੇ ਗਾਹ ਪਾਇਆ ਇੱਥੇ, ਹੌਲੀ ਬਾਰੀ ਕਰਨ ਰੋਡ ਤੇ ਵੀ ਲੰਘਿਆ, ਉਹ ਵੀ ਚੁੱਭਦੇ ਆ। ਪਰ ਉਹ ਸਮਾਂ ਸੀ, ਕਹਿੰਦੇ ਸੁਲਤਾਨਪੁਰ ਲੋਧੀ ਦੇ ਲੋਕ ਆਪ ਮੁਹਾਰੇ ਭੱਜੇ ਆਏ ਇਸ ਬਰਾਤ ਨੂੰ ਵੇਖਣ ਵਾਸਤੇ। ਪਾਵਸ ਵਿਖੇ ਉਠਾ ਘਨ ਕੋਰਾ, ਹੋਵੇ ਪਰਮੋਦ ਜਿਉ ਮੋਰ ਨ ਥੋਰਾ। ਅਲੱਗ ਗੁਰੂ ਦੀ ਕਿਰਪਾ ਐਸੀ ਹੋਈ, ਜੋ ਬਰਾਤ ਸੁਲਤਾਨਪੁਰ ਲੋਧੀ ਚ ਪ੍ਰਵੇਸ਼ ਹੋਈ, ਬੱਦਲ ਆ ਗਏ, ਮੀਂਹ ਵਰਨਾ ਸ਼ੁਰੂ ਹੋ ਗਿਆ, ਬਦਲੀਆਂ ਗੜਕਦੀਆਂ ਨੇ, ਗਰਜਦੀਆਂ ਨੇ, ਮੋਰ ਲੱਗ ਪਏ ਬੋਲਣ। ਸੁਭਾਵਿਕ ਹੀ ਬੱਦਲ ਹੋ ਗਏ ਸੀ, ਸਹਿਜ ਸੁਭਾਅ। ਤੇ ਬਰਾਤੀ ਖੁਸ਼ ਬੜੇ ਆ, ਤੇ ਪਿੰਡ ਵਾਲੇ ਬੜੇ ਖੁਸ਼। ਹੁਣ ਗੱਲਾਂ ਕਰਦੇ ਆਉਂਦੇ ਲੋਕ, ਕਹਿੰਦੇ ਜਦੋਂ ਬਰਾਤ ਨਿਕਲੀ ਸੀ ਵੇਖਿਆ ਸ਼ਗਨ ਹੋਏ ਸੀ, ਆਖੋ ਸਤਿਨਾਮ। ਕਿਤੇ ਕੋਈ ਭਰਿਆ ਭਾਂਡਾ ਲਈ ਫਿਰਦਾ ਸੀ, ਵਧੀਆ ਹਵਾ ਚੱਲਦੀ, ਕਹਿੰਦੇ ਆ ਸੁੱਖੀ ਸਾਂਦੀ ਨਹੀਂ ਪਿਆ। ਅੱਗੇ ਲੋਕ ਏਦਾਂ ਜੋੜ ਦਿੰਦੇ ਸੀ। ਤੇ ਜੇ ਹੁਣ ਵਿਗਿਆਨ ਨੂੰ ਪੁੱਛੋ ਵੀ ਬਾਰਿਸ਼ ਕਿੱਦਾਂ ਹੋਈ ਹੈ, ਉਹ ਆਪਣੇ ਤਰੀਕੇ ਨਾਲ ਦੱਸਦੇ ਆ। ਹੁਣ ਕਈ ਵਾਰ ਏਦਾਂ ਹੁੰਦਾ, ਆਪਣੇ 9-10 ਫੇਸ 'ਚ ਮੀਂਹ ਪੈਂਦਾ ਹੁੰਦਾ ਤੇ ਬਾਕੀ ਕਿਤੇ ਵੀ ਨਹੀਂ ਹੁੰਦਾ। ਇਹ ਤੇ ਵੱਟ ਨਾ ਵੱਟ ਛੱਡ ਦਿੰਦੇ, ਇਹਦਾ ਮਤਲਬ ਵੀ ਇੱਕ ਤੇ ਬਹੁਤਾ ਖੁਸ਼ ਹੈ ਤੇ ਦੂਜੇ ਤੇ ਦੁਖੀ ਹੈ। ਕਈ ਵਾਰ ਬੰਦਾ ਨਾ ਆਪਣੇ ਮੁਤਾਬਕ ਰੱਬ ਦੀਆਂ ਗੱਲਾਂ ਨੂੰ ਢਾਲ ਲੈਂਦਾ ਵੀ ਵੇਖ ਅੱਜ ਮਹਾਰਾਜ ਮੇਰੇ ਤੇ ਦਿਆਲ ਆ ਤੇ ਮੀਂਹ ਪੈ ਗਿਆ। ਅਗਲਾ ਕਹਿੰਦਾ ਯਾਰ ਤੇਰੇ ਇਕੱਲੇ ਦੇ ਨਹੀਂ ਪਿਆ, ਪੂਰੇ ਸ਼ਹਿਰ 'ਚ ਪੈ ਰਿਹਾ, ਤੇ ਪੂਰੇ ਸ਼ਹਿਰ ਵਿੱਚ ਕਿਸੇ ਦੇ ਘਰ ਮਰਗ ਵੀ ਹੋਈ ਹੋਣੀ। ਉਹ ਤੇ ਫਿਰ ਇਹ ਸੋਚਦਾ ਹੋਣਾ ਨਾ ਵੀ ਸਾਡੇ ਘਰ ਦਾ ਫਲਾਣਾ ਜੀ ਚਲੇ ਗਿਆ, ਰੱਬਾ ਹੋਲਾ ਖੁਸ਼ ਕੋਈ ਨਹੀਂ, ਮੈਂ ਵੀ ਉੱਪਰ ਆਇਆ। ਉਹਦੇ ਫਿਰ ਇਦਾਂ ਸੋਚਦਾ ਹੋਣਾ। ਤੇ ਸਾਡੀਆਂ ਇਦਾਂ ਦੀਆਂ ਸੋਚਾਂ। ਕਹਿੰਦੇ ਲੋਕ ਉਦੋਂ ਗੱਲਾਂ ਕਰਦੇ, ਕਹਿੰਦੇ ਵੇਖੋ ਕਿੰਨੀ ਖੁਸ਼ੀ ਹੈ, ਰੱਬ ਵੀ ਖੁਸ਼ ਹੋ ਗਿਆ ਬਰਾਤ ਵੇਖ ਕੇ। ਪਰ ਭੋਲਿਆਂ ਨੂੰ ਕੌਣ ਸਮਝਾਵੇ ਵੀ ਰੱਬ ਦੀ ਤੇ ਬਰਾਤ ਹੈ, ਰੱਬ ਤੇ ਆਪ ਨਾਲ ਹੈ। ਤਿਉ ਪਰ ਮਨਜ ਰਹੇ ਹਰ ਖਾਈ, ਸਦਨ ਨਾਨਕੀ ਭਨਤ ਵਧਾਈ। ਹੁਣ ਸਾਰਾ ਪਿੰਡ ਬਾਹਰ ਆ ਗਿਆ, ਉਧਰ ਭੈਣ ਨਾਨਕੀ ਵਰਗਾ ਚਾਅ ਕਿਤੇ ਹੋ ਸਕਦਾ, ਖੁਸ਼ੀ ਹੋ ਸਕਦੀ ਹੈ। ਕਹਿੰਦੇ ਜੀ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਘਰ ਸਜਾਇਆ ਹੋਇਆ ਸੀ, ਫੁੱਲਾਂ ਨਾਲ, ਪਤੰਗੀਆਂ ਨਾਲ, ਝੰਡੇ ਲਾਏ ਹੋਏ, ਬੜੀ ਖੁਸ਼ੀ ਸੀ ਘਰ 'ਚ। ਵਧਾਈਆਂ ਦੇਣੀਆਂ ਸ਼ੁਰੂ ਕਰਤੀਆਂ, ਕਿਉਂਕਿ ਹੁਣ ਪਿੰਡ ਦੇ ਬਾਹਰੋਂ ਬਰਾਤ ਦੀ ਆਵਾਜ਼ ਆਉਂਦੀ ਹੈ, ਸ਼ੋਰ ਸ਼ਰਾਬਾ ਬਹੁਤ ਹੈ। ਹੁਣ ਬਰਾਤ ਐਡੀ ਲੰਬੀ ਆ ਜੀ, ਦੂਰ ਤੱਕ ਹਾਥੀ, ਘੋੜੇ, ਗੱਡੇ, ਰੱਥ, ਪਾਲਕੀਆਂ, ਬੇਸਾਬਾ ਸਮਾਨ ਸੀ, ਨਾਲ ਪਹੁੰਚਾਂਗੇ। ਕਹਿੰਦੇ ਜਦੋਂ ਸੁਲਤਾਨਪੁਰ ਲੋਧੀ ਦੇ ਬਾਹਰ ਬਰਾਤ ਆਈ, ਸਾਰਾ ਪਿੰਡ ਅੱਗੋਂ ਵੇਖਣ ਗਿਆ। ਇੱਥੋਂ ਦੇ ਨਵਾਬ ਦੌਲਤ ਖਾਨ ਨੇ
ਆਪਣਾ ਅਮਲਾ ਅੱਗੇ ਭੇਜਿਆ ਜੀ ਆਇਆਂ ਕਹਿਣ ਵਾਸਤੇ ਇਸ ਬਰਾਤ ਨੂੰ, ਕਿਉਂਕਿ ਉਹਨਾਂ ਦੇ ਮੋਦੀ ਦੀ ਬਰਾਤ ਹੈ। ਤੇ ਅੱਗੇ ਫਿਰ ਕਰਤੱਵ ਵਿਖਾਉਣ ਵਾਲੇ, ਅੱਗੇ ਬਾਜੀਗਰ ਲੋਕ ਆਉਂਦੇ ਸੀ ਪਿੰਡਾਂ 'ਚ, ਤਮਾਸ਼ੇ ਕਰਦੇ ਸੀ, ਖੇਡਾਂ ਕਰਦੇ ਸੀ, ਬਾਜੀਆਂ ਪਾਉਂਦੇ ਸੀ। ਕਹਿੰਦੇ ਜੀ ਲੋਕਾਂ ਦਾ ਮਨੋਰੰਜਨ ਕਰਾਇਆ ਜਾ ਰਿਹਾ ਹੈ, ਬਰਾਤ ਤੋਂ ਅੱਗੇ ਅੱਗੇ ਖੇਡਾਂ ਖੇਡੀਆਂ ਜਾਂਦੀਆਂ ਹਨ। ਪੂਰਨ ਬਹਿਰ ਨਗਰ ਤੇ ਆਏ, ਹਿਤ ਬਿਲੋਕ ਨੇ ਮਨ ਸੁਖ ਪਾਏ। ਹੁਣ ਸਾਰਾ ਹੀ ਪਿੰਡ ਤੇ ਬਾਹਰ ਆ ਗਿਆ, ਕੀ ਔਰਤਾਂ ਕੀ ਬੱਚੇ, ਕਹਿੰਦੇ ਬਰਾਤ ਵੇਖਣੀ। ਅੱਗੇ ਸੱਚੀ ਬਰਾਤਾਂ ਵੇਖਣ ਲਾਇਕ ਹੁੰਦੀਆਂ ਸੀ, ਹੁਣ ਤੇ ਵਿਆਹ ਵੀ ਵੇਖਣ ਲਾਇਕ ਹੀ ਰਹੇ ਹੈ ਕੁਛ। ਅੱਜ ਦੇ ਵਿਆਹ, ਅੱਜ ਦੀਆਂ ਪਾਰਟੀਆਂ ਸਿਰਫ ਬੋਰਿੰਗ ਨੇ, ਇਹ ਤੋਂ ਵੱਧ ਕੇ ਕੁਛ ਨਹੀਂ ਲੱਗਦਾ ਕਿਸੇ ਦਾ ਜੀ। 36 ਪ੍ਰਕਾਰ ਦੇ ਭੋਜਨ ਪਏ ਹੁੰਦੇ ਆ ਤੇ ਬੰਦਾ ਕਹਿੰਦਾ ਯਾਰ ਦਿਲ ਨਹੀਂ ਕਰਦਾ ਖਾਣ, ਚੰਗਾ ਹੀ ਨਹੀਂ ਲੱਗਦਾ ਕੁਛ, ਕਿਉਂਕਿ ਨੇਚਰ ਏਦਾਂ ਦੀ ਹੋ ਗਈ, ਸੜੀਅਲ ਸੁਭਾਅ ਹੋ ਗਏ ਸਾਡੇ ਸਾਰਿਆਂ ਦੇ। ਅਸੀਂ ਤੇ ਇੱਕ ਦੂਜੇ ਦੇ ਸੂਟ ਵੇਖ ਵੇਖ ਸੜੀ ਜਾਂਦੇ, ਸਾਨੂੰ ਕੀ ਲੱਗਣਾ ਹੁੰਦਾ। ਇੱਕ ਦੂਜੇ ਦੇ ਕੱਪੜੇ ਵੇਖ ਵੇਖ ਸਾਨੂੰ ਇੰਨੀ ਜੈਲਸੀ ਹੈ ਵੀ ਯਾਰ ਜੇ ਮੇਰੇ ਬਰਾਬਰ ਦਾ ਕੱਪੜਾ ਜਾਂ ਮੇਰੇ ਤੋਂ ਵਧੀਆ ਕਿਸੇ ਨੇ ਪਾ ਲਿਆ, ਮੇਰਾ ਤੇ ਵਿਆਹ ਹੀ ਖਤਮ, ਬੇਕਾਰ, ਕੁਛ ਨਹੀਂ ਮਿਲਿਆ, ਨਾ ਕੁਛ ਖਾਣਾ ਨਾ ਕੁਝ ਲੰਘਣਾ। ਇੱਥੇ ਫਿਰਤੀ ਖੜੀ ਸਾਡੀ। ਅੱਗੇ ਲੋਕਾਂ ਦੇ ਕੱਪੜੇ ਸਿੱਧੇ ਸਾਦੇ ਸੀ, ਖੁਸ਼ੀਆਂ ਬੜੀਆਂ ਸੀ, ਕਿਉਂਕਿ ਅੱਗੇ ਲੋਕ ਜਿਉਂਦੇ ਸੀ, ਹੁਣ ਜਿਉਂਦੇ ਨਹੀਂ। ਜਿਹਨੂੰ ਮਰਜ਼ੀ ਛਿੜ ਕੇ ਵੇਖੋ ਸਾਰੀ ਮਰੇ ਪਏ ਅੰਦਰ, ਰੋਂਦਾ ਹੀ ਹੈ ਜਿਹੜਾ ਮਰਜ਼ੀ ਬੰਦਾ, ਖੁਸ਼ੀਆਂ 'ਚ ਖੁਸ਼ ਨਹੀਂ, ਦੁੱਖਾਂ 'ਚ ਤੇ ਦੁਖੀ ਹੋਣਾ ਹੀ ਹੋਣਾ। ਹਰ ਵੇਲੇ ਦੁਖੀਆਂ ਸੀ। ਮਹਿੰਗੇ ਮਹਿੰਗੇ ਕੱਪੜੇ ਪਾਉਣ ਵਾਲਿਆਂ ਦਾ ਹਾਲ ਪੁੱਛ ਲਓ, ਕਹਿੰਦਾ ਭਰਾਵਾ ਨਾ ਪੁੱਛਦੇ ਚੰਗਾ ਹੈ, ਬਹੁਤ ਦੁਖੀ ਆ, ਕਰਜ਼ਾ ਸਿਰ ਚੜਿਆ, ਫਲਾਣਾ ਹੈ ਵੀ ਕਿਹਨੇ ਕਿਹਾ ਸੀ ਫਾਹਾ ਲੈਡੀਆਂ ਚੁੱਕ ਕੇ, ਆਪੀ ਸੇੜੇ ਹੋਇਆ, ਰੱਬ ਨੇ ਥੋੜਾ ਤੈਨੂੰ ਦੁੱਖ ਦਿੱਤਾ ਹੈ। ਜੇ ਤੇਰੇ ਵਰਗਾ ਬੰਦਾ ਦੁਖੀ ਆ ਤੇ ਫਿਰ ਗਰੀਬਾਂ ਦਾ ਕੀ ਬਣੂਗਾ। ਕਿਤੇ ਨਾ ਕਿਤੇ ਅੱਜ ਸੰਸਾਰ ਦੁਖੀ ਹੈ, ਖੁਸ਼ੀਆਂ ਵਿੱਚ ਕੋਈ ਖੁਸ਼ ਨਹੀਂ। ਕਿਸੇ ਨੂੰ ਛੇੜੋ ਵਿਆਹ ਦੇ ਵਿੱਚ ਬੈਠੇ, ਕਰੋ ਗੱਲਬਾਤ ਵੀ ਯਾਰ ਤੂੰ ਤੇ ਬੜਾ ਸੁਖੀ ਹੋਏਗਾ, ਵਧੀਆ ਗੱਡੀ ਤੇਰੇ ਕੋਲ ਤੇ 50 ਲੱਖ ਦੀ, ਕਹਿੰਦਾ ਭਰਾਵਾ ਕਿਸ਼ਤਾਂ ਟੁੱਟੀਆਂ ਪਈਆਂ ਕਰੋਨਾ ਕਰਕੇ, ਸਭ ਦਾ ਖਾਕੀ ਚੱਲਦਾ, ਰੋਟੀ ਨਹੀਂ ਪੱਕਦੀ ਘਰੇ, ਫਲਾਣੇ ਨੇ ਠੱਗੀ ਮਾਰ ਲਈ, ਉੱਥੇ ਆ ਹੋ ਗਿਆ, ਹਰੇਕ ਬੰਦਾ ਦੁਖੀ ਪਰੇਸ਼ਾਨ। ਇਸੇ ਕਰਕੇ ਅਸੀਂ ਆਪਣੇ ਸਮੇਂ ਨੂੰ ਆਨੰਦ 'ਚ ਨਹੀਂ ਲੈ ਕੇ ਆ ਰਹੇ, ਤੇ ਅੱਜ ਜ਼ਿੰਦਗੀ ਨਹੀਂ ਹੈ, ਉਮਰਾਂ ਕੱਟ ਰਹੇ ਹਾਂ। ਜਿਹਨੂੰ ਮਰਜ਼ੀ ਪੁੱਛੋ, ਛੋਟੀ ਛੋਟੀ ਉਮਰੇ ਲੋਕਾਂ ਦੇ ਸਿਰ ਦੇ ਵਾਲ ਚਿੱਟੇ ਹੋ ਗਏ, ਕਿਉਂ? ਸਾਨੂੰ ਆਪਣੀ ਖੁਸ਼ੀ ਖੁਸ਼ ਨਹੀਂ ਕਰ ਰਹੀ, ਦੂਜੇ ਦੀ ਖੁਸ਼ੀ ਸਾਨੂੰ ਸੌਣ ਨਹੀਂ ਦਿੰਦੀ। ਆਖੋ ਸਤਿਨਾਮ, ਹਾਏ ਕਿੱਦਾਂ ਸਕਸੈਸ ਹੋ ਗਿਆ, ਇਹ ਤਰੱਕੀ ਕਿਵੇਂ ਕਰ ਗਿਆ, ਇਹਦੇ ਕੋਲ ਇੰਨੀਆਂ ਖੁਸ਼ੀਆਂ ਕਿਉਂ, ਇਹਨੂੰ ਇੰਨੇ ਲੋਕ ਕਿਉਂ ਬੁਲਾਉਂਦੇ ਆ, ਹਾਏ ਮੈਂ ਕਿੱਥੇ ਆ। ਅਸੀਂ ਕੰਪੇਅਰ ਕਰਨ ਲੱਗੇ ਇੱਕ ਦੂਜੇ, ਤੇ ਫਿਰ ਹੁਣ ਵੱਡੀਆਂ ਵੱਡੀਆਂ ਖੁਸ਼ੀਆਂ ਸਾਨੂੰ ਖੁਸ਼ ਨਹੀਂ ਕਰ ਸਕਦੀਆਂ। ਤੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਨਾ, ਉਹ ਬਿਨਾਂ ਖੁਸ਼ੀਆਂ ਤੋਂ ਵੀ ਖੁਸ਼ੀਆਂ ਜੀ ਲੈਂਦੇ ਆ। ਸਾਨੂੰ ਖੁਸ਼ੀਆਂ ਖੁਸ਼ੀ, ਅੱਜ ਸਾਨੂੰ ਨਕਲੀ ਹਾਸੇ ਹੱਸਣੇ ਪੈਂਦੇ ਆ, ਰਿਐਲਿਟੀ ਸ਼ੋਅ ਵੇਖਣੇ ਪੈਂਦੇ ਆ ਵੀ ਕਿਤੇ ਆ ਚਾਰ ਗੱਲਾਂ ਸੁਣ ਕੇ ਹਾਸਾ ਪਾ ਲਈਏ। ਤੇ ਅੱਗੇ ਲੋਕ ਸਹਿਜ ਸੁਭਾਅ ਹੱਸਦੇ ਸੀ, ਜਦ ਇਹ ਬਰਾਤ ਆਈ ਲੋਕ ਖੁਸ਼ੀ 'ਚ ਨੱਚਦੇ ਆ, ਝੂਮਦੇ ਆ, ਖੁਸ਼ੀ ਮਨਾਉਂਦੇ ਆ। ਕਹਿੰਦੇ ਪਿੰਡ ਦੇ ਲੋਕਾਂ ਨੇ, ਸੁਲਤਾਨਪੁਰ ਵਾਲਿਆਂ ਨੇ ਪੈਸੇ ਸੁੱਟਣੇ ਸ਼ੁਰੂ ਕਰਤੇ, ਐਡੇ ਵੱਡੇ ਦਿਨ ਸੀ ਲੋਕਾਂ ਦੇ। ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਕਹਿੰਦੇ ਮਾਇਆ ਉੱਤੋਂ ਬਰਾਤੀ ਉੱਤੋਂ ਅੱਜ ਪੈਸਾ ਵਾਰਿਆ, ਫੁੱਲ ਵਾਰੇ ਨੇ। ਨਵਾਬ ਦੌਲਤ ਖਾਨ ਦਾ ਜਿੰਨਾ ਅਮਲਾ ਸੀ, ਜਿਹੜੇ ਰਹਿ ਗਏ ਸੀ, ਅੱਗੋਂ ਆਏ। ਤੇ ਹੁਣ ਜੈਰਾਮ ਤੇ ਪਰਮਾਨੰਦ ਸਾਰੇ ਨਾਲ ਨਾਲ ਸਨ। ਕਹਿੰਦੇ ਡੋਲਾ ਪਹਿਲਾਂ ਅੱਗੇ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਵਾਰੀ ਇਹਨਾਂ ਤੋਂ ਪਿੱਛੇ ਹੈ। ਘਰ ਸ਼ਿੰਗਾਰ ਕੋ ਨਾਗਰ ਨਾਰੀ, ਭੂਖਣ ਬਸਨ ਰੁਚਿਰ ਸ਼ਬ ਧਾਰੀ। ਤੇ ਕੁਝ ਔਰਤਾਂ ਤਿਆਰ ਬਰ ਤਿਆਰ ਹੋ ਕੇ ਭੈਣ ਨਾਨਕੀ ਦੇ ਘਰੇ ਆਈਆਂ, ਗਿੱਧਾ ਪਾਉਣ, ਗੀਤ ਗਾਉਣ, ਖੁਸ਼ੀਆਂ ਦੇਣ, ਵਡਿਆਈਆਂ ਦੇਣ, ਕਿਉਂਕਿ ਬਰਾਤ ਦਾ ਟੁਕਾਅ ਹੁਣ ਘਰ ਹੋਣ ਲੱਗਿਆ ਹੈ, ਵਾਪਸ ਆ ਰਹੀ ਹੈ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਬਰਾਤ ਵਾਪਸ ਆਈ ਹੈ। ਅੱਗੇ ਜੋ ਕੁਝ ਵੀ ਹੋਏਗਾ ਸਤਿਗੁਰਾਂ ਦੀ ਦਇਆ ਨਾਲ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।